वाहिगुरु जी का खालसा वाहिगुरु जी की फतेह। बाणी गुरु, गुरु है बाणी, विच बाणी अमृत सारे। गुरबाणी कहे सेवक जन मानै, प्रतख गुरु निस्तारे। धन धन श्री गुरु ग्रंथ साहिब पातशाह। आदि पुरख करतार, करण कारण सब आपे। सर्व रहियो भरपूर, सगल घट रहियो व्यापे। ऐसे व्यापक शब्द स्वरूप ਜਿਹੜੇ ਸਾਰੀ ਥਾਵਾਂ ਤੇ व्यापक, ਹਿਰਦੇ ਵਿੱਚ ਵੀ ਤੇ ਬਾਹਰ ਵੀ। ਪਰ व्यापक ਸਰੂਪ ਨੂੰ ਵੇਖਣ ਲਈ ਗੁਰੂ ਦੀ ਲੋੜ ਹੈ। ਖਾਲਸਾ ਜੀਓ, ਅਕਾਲ ਪੁਰਖ ਕਿਹੜੀ ਜਗ੍ਹਾ ਨਹੀਂ ਜਿੱਥੇ ਨਾ ਹੋਵੇ। ਪਰ ਅਸੀਂ ਅਗਿਆਨੀ ਜੀਵ ਹਾਂ, ਸਾਡੀ ਬੁੱਧੀ ਨਹੀਂ ਕਿ ਐਸੇ ਵਾਹਿਗੁਰੂ ਨੂੰ ਵੇਖ ਸਕੀਏ, ਉਹਦੇ ਦਰਸ਼ਨ ਕਰ ਸਕੀਏ। ਤਾਂ ਗੁਰੂ ਨਾਨਕ ਮਹਾਰਾਜ ਜੀ ਨੇ ਕਲਯੁਗੀ ਜੀਵਾਂ ਦਾ ਬੇੜਾ ਪਾਰ ਕਰਨ ਲਈ ਉਸ ਵਿਆਪਕ ਪਰਮਾਤਮਾ ਨੂੰ ਸ਼ਬਦਾਂ ਰਾਹੀਂ ਬਿਆਨ ਕੀਤਾ। ਸ਼ਬਦ ਉਹ ਅਲਫਾਜ਼ ਜਿਹੜੇ ਰੱਬ ਨੂੰ ਦਰਸਾਉਂਦੇ ਹਨ। ਖਾਲਸਾ ਜੀਓ, ਵੀ ਰੱਬ ਇਹ ਹੈ। ਪਰ ਗੁਰੂ ਪਾਤਸ਼ਾਹ ਨੇ ਇਹ ਵੀ ਨਹੀਂ ਆਖਿਆ ਵੀ ਰੱਬ ਇੱਥੇ ਖਤਮ ਹੈ, ਵੀ ਸ਼ਬਦਾਂ ਵਿੱਚ ਹੀ ਮੈਂ ਕਹਿ ਰਿਹਾ। ਪਾਤਸ਼ਾਹ ਕਹਿੰਦੇ ਨਾ, ਉਹ ਸ਼ਬਦਾਂ ਦੀ ਪਕੜ ਵੀ ਨਹੀਂ ਆ ਸਕਦਾ। ਸ਼ਬਦ ਉਸ ਤੱਕ ਪਹੁੰਚਣ ਦਾ ਸਾਧਨ ਹੈ। ਜੇ ਕੋਈ ਕਵੇ ਜੀ ਮੈਂ ਰੱਬ ਦਾ ਅੰਤ ਪਾ ਲਵਾਂ, ਪਾਤਸ਼ਾਹ ਕਹਿੰਦੇ ਨਾ, ਉਹਦਾ ਅੰਤ ਨਹੀਂ ਪੈਂਦਾ। ਉਹਦੀ ਬਖਸ਼ਿਸ਼ ਲੈਣ ਲਈ, ਵਾਹਿਗੁਰੂ ਵਿੱਚ ਅਭੇਦ ਹੋਣ ਲਈ ਇਹ ਗੁਰੂ ਕੀ ਬਾਣੀ ਸ਼ਬਦ ਸਰੂਪ ਹੈ। ਸਾਡੇ ਸਾਹਮਣੇ ਗੁਰੂ ਨਾਨਕ ਪਾਤਸ਼ਾਹ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਰਪਾ ਕੀਤੀ। ਆਪਣੀ ਆਪਣੀ ਬਾਣੀ ਨੂੰ ਪਾਤਸ਼ਾਹ ਨੇ, ਜੋ ਤੁਰਕੀ ਬਾਣੀ ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਨੇ ਬਖਸ਼ਿਸ਼ ਕੀਤੀ, ਉਸ ਬਾਣੀ ਨੂੰ ਲਿਖਤੀ ਰੂਪ ਵਿੱਚ ਸਾਡੇ ਸਾਹਮਣੇ ਪ੍ਰਗਟਾਇਆ। ਅਸੀਂ ਇਸੇ ਬਾਣੀ ਨੂੰ ਮੱਥਾ ਟੇਕਦੇ ਹਾਂ। ਰੁਮਾਲਾਂ ਚੁੱਕ ਕੇ ਬਾਣੀ ਦੇ ਦਰਸ਼ਨ ਕਰਦੇ ਹਾਂ। ਪੋਥੀਆਂ ਸਾਹਿਬ ਰਾਹੀਂ ਬਾਣੀ ਦਾ ਜਾਪ ਕਰਦੇ ਹਾਂ। ਕਥਾ ਕੀਰਤਨ ਰਾਹੀਂ ਬਾਣੀ ਨੂੰ ਸ਼ਰਵਣ ਕਰਕੇ ਇਹਦੇ ਸ਼ਬਦ ਭਾਵ ਨੂੰ ਹਿਰਦੇ 'ਚ ਵਸਾਉਂਦੇ ਹਾਂ। ਸਾਧ ਸੰਗਤ ਰਾਹੀਂ ਗੁਰਬਾਣੀ ਦਾ ਆਨੰਦ ਪ੍ਰਾਪਤ ਕਰਦੇ ਹਾਂ। ਜਿਸ ਨੂੰ ਜਿਵੇਂ ਜਿਵੇਂ ਆਨੰਦ ਆਉਣਾ ਸ਼ੁਰੂ ਹੁੰਦਾ ਹੈ, ਉਵੇਂ ਉਵੇਂ ਗੁਰੂ ਕਾ ਪਿਆਰਾ ਅੰਦਰੋਂ ਸਾਫ ਸੁਥਰਾ ਹੋਈ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਅੰਦਰੋਂ ਸਾਫ ਸੁਥਰਾ ਹੋ ਗਿਆ, ਵੀ ਉਹਨੂੰ ਬਾਣੀ ਦਾ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ। ਬਾਕੀ ਰੱਬ ਜਿਨ੍ਹਾਂ ਉੱਤੇ ਮਿਹਰ ਕਰੀ ਜਾਂਦਾ ਹੈ, ਉਹ ਆਸਤਾ ਆਸਤਾ ਸਾਫ ਸੁਥਰੇ ਹੋਈ ਜਾ ਰਹੇ ਹਨ। ਅੱਜ ਭਗਤ ਤ੍ਰਿਲੋਚਨ ਜੀ ਬੈਠੇ ਸਨ। ਇੱਕ ਜੈ ਚੰਦਾ ਨਾਮ ਸੀ, ਜੈ ਚੰਦ ਅਸਲ। ਜੈ ਚੰਦਾ ਤਾਂ ਹੈ ਕਿ ਕਾਵ ਦੀ ਮਾਤਰਾ ਪੂਰੀ ਹੋ ਜਾਵੇ। ਜੈ ਚੰਦ ਨਾਮ ਦਾ ਬ੍ਰਾਹਮਣ ਨਹਾਤਾ ਧੋਤਾ ਭਗਤ ਜੀ ਦੇ ਸਾਹਮਣੇ ਆ ਕੇ ਬੈਠ ਗਿਆ। ਬੜੀਆਂ ਗਿਆਨ ਦੀਆਂ ਗੱਲਾਂ ਕਰਨ ਲੱਗਾ।
ਊਟ ਪਟਾਂਗ ਮਾਰਨ ਲੱਗਾ। ਭਗਤ ਜੀ ਦੀ ਅਵਸਥਾ ਸੀ ਅੰਦਰ ਬਾਹਰ ਦੀ ਇੱਕ ਅਵਸਥਾ, ਸਾਰੇ ਪਾਸੇ ਰੱਬ ਨੂੰ ਵੇਖਦੇ ਸਨ। ਭਗਤ ਜੀ ਕਹਿਣ ਲੱਗੇ, ਜੈ ਚੰਦ ਜੀ ਕੀ ਗੱਲਾਂ ਕਰਦੇ ਹੋ? ਬਾਹਰੋਂ ਨਹਾ ਧੋ ਕੇ ਬੈਠ ਕੇ ਆ ਕੇ ਕਿ ਅਹੰ ਬ੍ਰਹਮ ਅਸਮੀ ਦੀ ਗੱਲਾਂ ਕਰਦੇ ਹੋ? ਨਹੀਂ, ਅਹੰ ਬ੍ਰਹਮ ਅਸਮੀ, ਮੈਂ ਹੀ ਰੱਬ ਹਾਂ। ਇਹ ਉਦੋਂ ਕਰਨਾ ਜਦੋਂ ਤੁਹਾਡਾ ਹਿਰਦਾ ਸ਼ੁੱਧ ਹੋ ਜਾਵੇ, ਜਦੋਂ ਤੁਹਾਨੂੰ ਅੰਦਰ ਬਾਹਰ ਇੱਕ ਵਾਹਿਗੁਰੂ ਨਜ਼ਰ ਆ ਜਾਵੇ। ਐਵੇਂ ਉਦਾਸੀ, ਸੰਨਿਆਸੀ, ਕਾਪੜੀਆ, ਵੱਖਰੇ ਵੱਖਰੇ ਲਿਬਾਸ ਧਾਰਨ ਦਾ ਕੀ ਫਾਇਦਾ ਜੇ ਹਿਰਦੇ ਵਿੱਚ ਤੁਹਾਡੇ ਸ਼ੁੱਧਤਾ ਹੀ ਨਹੀਂ ਆਈ। ਤੇ ਐਸੇ ਜੈ ਚੰਦ ਬ੍ਰਾਹਮਣ ਨੂੰ ਅਤੇ ਸਾਰੀ ਲੋਕਾਈ ਨੂੰ ਭਗਤ ਤ੍ਰਿਲੋਚਨ ਜੀ ਆਓ ਸਿੱਖਿਆ ਦੇ ਰਹੇ ਹਨ, ਸਾਡੇ ਸਾਰਿਆਂ ਲਈ ਹੈ। ਅਸੀਂ ਵੀ ਬ੍ਰਾਹਮਣ ਹਾਂ, ਉਦਾਸੀ ਹਾਂ, ਸੰਨਿਆਸੀ ਹਾਂ, ਕਾਪੜੀਆਂ ਹਾਂ। ਵੱਖ ਦੀ ਸਭ ਦੀ ਵੱਖਰਾ ਅਵਸਥਾ ਵਿੱਚ ਖਾਲਸਾ ਜੀਓ ਇਹ ਪੱਖ ਆਉਂਦੇ ਹਨ ਕਈ ਵਾਰੀ, ਰੋਜ਼ ਤਾਂ ਨਹੀਂ ਆਉਂਦੇ, ਪਰ ਕਦੀ ਕਦੀ ਇਹ ਪੱਖ ਆਉਂਦੇ ਹਨ। ਆਓ ਆਪਣੇ ਹਿਰਦੇ ਨੂੰ ਸ਼ੁੱਧ ਕਰਨ ਲਈ ਕਿਸੇ ਦੂਜੇ ਵੱਲ ਨਾ ਇਸ਼ਾਰਾ ਕਰਿਆ ਕਰੀਏ, ਹਮੇਸ਼ਾ ਧਿਆਨ ਆਪਣੇ ਹਿਰਦੇ ਵੱਲ ਰੱਖੀਏ ਕਿ ਪਾਤਸ਼ਾਹ ਰਹਿਮਤ ਕਰਨਾ, ਔਗੁਣਾ ਦੇ ਭਰੇ ਹੋਏ ਹਾਂ, ਸਾਡੇ ਹਿਰਦੇ ਨੂੰ ਸ਼ੁੱਧ ਕਰਨਾ। आओ सारे गुरु के प्यारे, यों बुलावह त्यों बोलै स्वामी, कुदरत कवन हमारी, साध संग नानक जस गायो, जो प्रभ की अत प्यारी। गुरु दा जस श्रवण करिए अते अपने हृदय वसाण लई सारे गुरु के प्यारे शरदा सत्कार नाल उचारण करो जी। सतनाम वाहे गुरु साहिब जी, सतनाम श्री वाहे गुरु साहिब जी। गुजरी श्री त्रिलोचन जियो के पदे, घर पहला। भगत त्रिलोचन जी ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹਨਾਂ ਦੇ 4 ਸ਼ਬਦ ਹਨ। ਇੱਕ ਸ਼ਬਦ ਸ੍ਰੀ ਰਾਗ ਵਿੱਚ, 2 ਸ਼ਬਦ ਗੋਜਰੀ ਵਿੱਚ, ਇੱਕ ਸ਼ਬਦ ਹੈ ਰਾਗ ਧਨਾਸਰੀ ਵਿੱਚ। ਨਾਰਾਇਣ ਨਿੰਦਸ ਕਾਇ ਭੂਲੀ ਕਾ ਵਾਰੀ। ਇੱਕ ਸ਼ਬਦ ਭਗਤ ਜੀ ਇੱਥੇ ਅੱਜ ਦਾ ਜੋ ਪਾਵਨ ਮੁੱਖ ਵਾਕ ਹੈ, ਪਹਿਲੇ ਸੁਰ ਤਾਲ ਵਿੱਚ ਭਗਤ ਤ੍ਰਿਲੋਚਨ ਜੀ ਗੋਜਰੀ ਰਾਗ ਵਿੱਚ ਇਸ ਸ਼ਬਦ ਨੂੰ ਗਾਇਨ ਕਰਦੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਜਿਹੜੇ ਮੰਗਲਾਚਰਨ ਲਿਖੇ ਨਾ, ਇਹ ਲਿਖੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ, ਕਿਉਂਕਿ ਭਗਤਾਂ ਨੇ ਤਾਂ ਸਿੱਧਾ ਰੱਬ ਨੂੰ ਸੰਬੋਧਨ ਕੀਤਾ। ਜਿਤਨੇ ਮੰਗਲਾਚਰਨ ਹਨ ਵੱਖ-ਵੱਖ ਤਰੀਕੇ ਵਾਲੇ, ਇੱਕ ਓਂਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹ ਮੰਗਲਾਚਰਨ ਇਹਨੂੰ ਕਹਿੰਦੇ ਕਿ ਆਪਣੇ ਇਸ਼ਟ ਪਰਮਾਤਮਾ ਨੂੰ ਬਾਰ-ਬਾਰ ਯਾਦ ਕਰਨਾ। ਇੱਕ ਅਦੁੱਤੀ ਪਰਮਾਤਮਾ ਜਿਹਦੇ ਵਰਗਾ ਹੋਰ ਕੋਈ ਵੀ ਨਹੀਂ। ਸਜਾਤੀ ਵਿਜਾਤੀ ਸਵਗਤ ਭੇਦ ਤੋਂ ਨਿਆਰਾ ਹੈ ਇੱਕ ਵਾਹਿਗੁਰੂ। ਹੁਣ ਸਾਡੇ ਵੱਖ-ਵੱਖ ਭੇਦ ਹੁੰਦੇ ਹਨ, ਸਜਾਤੀ ਇੱਕੋ ਜਾਤੀ ਦੇ, ਵਿਜਾਤੀ ਵੱਖ-ਵੱਖ ਜਾਤੀਆਂ ਦੇ, ਤੇ ਸਵਗਤ ਕਹਿੰਦੇ ਆਪਣੇ ਸਰੀਰ ਦੇ ਅੰਗਾਂ ਵਿੱਚ ਵੱਖ-ਵੱਖ ਭੇਦ। ਬੰਦੇ ਦੇ ਨੱਕ ਵੱਖਰਾ ਤੇ ਕੰਨ ਵੱਖਰਾ, ਅੱਖਾਂ ਵੱਖਰੀਆਂ, ਰੱਬ ਦਾ ਤੇ ਇਹ ਸਰੂਪ ਹੈ ਹੀ ਨਹੀਂ। ਤਾਂ ਇੱਕ ਨਿਰਗੁਣ ਆਖਿਆ ਹੈ। ਸਾਰੀ ਬਾਣੀ 'ਚ ਇੱਕ ਨਿਰਗੁਣ ਦੀ ਖਾਲਸਾ 'ਚ ਵਿਆਖਿਆ ਕੀਤੀ ਗਈ ਹੈ। ਜਿਹੜਾ ਉਹਨੂੰ ਸਮਝ ਗਿਆ ਉਹ ਵੀ ਨਿਰਗੁਣ ਸਰੂਪ ਬਣ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ ਇੱਕ ਲਿਖਿਆ ਹੈ,
ਜਿਨ੍ਹਾਂ ਭਗਤਾਂ ਨੇ, ਗੁਰਸਿੱਖਾਂ ਨੇ, ਭੱਟਾਂ ਨੇ ਇੱਕ ਨੂੰ ਪਛਾਣ ਲਿਆ, ਉਹ ਬਾਣੀ ਸਰੂਪ ਬਣ ਗਏ। ਉਹਨਾਂ ਦੀ ਬਾਣੀ ਦਾ ਇਲਹਾਮ ਉਹਨਾਂ ਦੇ ਹਿਰਦੇ ਵਿੱਚੋਂ ਹੋਣ ਲੱਗਾ। ਹੁਣ ਇਲਹਾਮ ਕਿਵੇਂ ਹੁੰਦਾ ਸੀ? ਆਖੋ ਸਤਨਾਮ ਵਾਹਿਗੁਰੂ। ਭਗਤ ਤਾਂ ਪਹਿਲਾਂ ਮਨੁੱਖ ਹੀ ਸਨ, ਅਜੇ ਵੀ ਮਨੁੱਖ ਹਨ। ਗੁਰੂ ਪਾਤਸ਼ਾਹ ਮਹਾਰਾਜ ਵੀ ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ, ਮਨੁੱਖਾ ਸਰੀਰ ਧਾਰ ਕੇ ਆਏ। ਹੁਣ ਅਸੀਂ ਵੀ ਮਨੁੱਖ ਤੇ ਉਹ ਵੀ ਮਨੁੱਖ, ਪਰ ਉਹਨਾਂ ਵਿੱਚ ਕੀ ਹੈ? ਉਹ ਰੱਬ ਹਨ। ਰੱਬ ਕਿਉਂ ਜੀ? ਕਿ ਸਾਡੇ ਹਿਰਦੇ 'ਚ ਅਗਿਆਨ ਹੈ, ਹਿਰਦਾ ਬਿਲਕੁਲ ਮੈਲਾ ਹੈ। ਅਸੀਂ ਤਾਂ ਸੋਚਦੇ ਹੋਵਾਂਗੇ ਅਸੀਂ ਬੜੇ ਸੋਹਣੇ ਮਨੁੱਖ ਹਾਂ, ਸਰੀਰ ਨਾਲ ਜੁੜੇ ਹੋਏ ਆ, ਹਉਮੈ ਨਾਲ ਜੁੜੇ ਹੋਏ ਆ, ਪਰ ਉਹ ਭਗਤ ਸਾਹਿਬਾਨ ਜਿਨ੍ਹਾਂ ਨੂੰ ਆਪਣੇ ਆਪ ਦੀ ਸੋਝੀ ਹੈ, ਪਰ ਫਿਰ ਵੀ ਉਹਨਾਂ ਨੇ ਗੁਰੂ ਧਾਰਨ ਕਰਕੇ ਗੁਰਮੰਤਰ ਲੈ ਕੇ ਰੱਬ ਦਾ ਸਿਮਰਨ ਕੀਤਾ। ਕਰਦੇ ਕਰਦੇ ਉਹ ਗਿਆਨ ਦਾ ਪਰਦਾ ਤੇ ਉਹਨਾਂ ਦੇ ਹਿਰਦੇ 'ਚ ਹੈ ਹੀ ਨਹੀਂ ਸੀ। ਖਾਲਸਾ ਜੀ, ਸਿਮਰਨ ਕਰਦੇ ਕਰਦੇ ਅੰਦਰ ਜਿੱਥੇ ਅਕਾਲ ਪੁਰਖ ਪਾਤਸ਼ਾਹ ਦਾ ਵਾਸਾ ਹੈ, ਉੱਥੇ ਜੁੜ ਗਏ। ਉੱਥੋਂ ਜੁੜ ਕੇ ਫਿਰ ਸੱਚਖੰਡ ਜੋ ਸਾਰੇ ਪਾਸੇ ਵਿਆਪਕ ਹੈ, ਵਾਹਿਗੁਰੂ, ਉਸ ਨਾਲ ਜੁੜ ਕੇ ਉਹਦੀ ਬਾਣੀ ਦਾ ਇਲਹਾਮ ਮਨੁੱਖਤਾ ਲਈ ਲੈ ਕੇ ਆਏ। ਜੋ ਜੋ ਉਹ ਬੋਲੇ ਉਹ ਨਹੀਂ ਬੋਲੇ, ਫਿਰ ਪ੍ਰਮਾਤਮਾ ਬੋਲਿਆ ਉਹਨਾਂ ਦੇ ਹਿਰਦੇ ਵਿੱਚੋਂ। ਹੋ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਉਹਨਾਂ ਅੰਦਰ ਹਉਮੈ ਨਹੀਂ, ਉਹ ਸ਼ੁੱਧ ਬਾਣੀ ਹੈ ਉਹਨਾਂ ਦੀ। ਤਾਂ ਕਹਿੰਦੇ ਗੁਰਬਾਣੀ, ਭਗਤਾਂ ਦੀ ਬਾਣੀ, ਭੱਟਾਂ ਦੀ ਬਾਣੀ, ਜਿਹੜੇ ਸ਼ੁੱਧ ਸਰੂਪ ਵਿੱਚ ਜੁੜ ਗਏ। ਤੇ ਸਾਡੇ ਵਰਗੇ ਮਨੁੱਖਾਂ ਦੀ ਬਾਣੀ ਹਉਮੈ ਵਾਲੀ ਹੈ, ਅਗਿਆਨ ਵਾਲੀ ਬਾਣੀ ਹੈ। ਐਸੇ ਭਗਤ ਜਿਹੜੇ ਇੱਕ ਨਾਲ ਜੁੜੇ, ਜਿਨ੍ਹਾਂ ਨੂੰ ਆਪਣੇ ਸਰੂਪ ਵਿੱਚ ਪ੍ਰਮਾਤਮਾ ਦੀ ਸੋਝੀ ਹੋਈ, ਇੱਕ ਮਿਕਤਾ ਪ੍ਰਾਪਤ ਹੋਈ, ਤੇ ਉਹਨਾਂ ਨੇ ਬਾਣੀ ਦਾ ਇਲਹਾਮ ਇਸ ਧਰਤੀ ਤੇ ਲੈ ਕੇ ਆਉਂਦਾ। ਖਾਲਸਾ ਜੀ, ਉਹ ਇੱਕ ਦੀ ਬਾਣੀ ਵਿੱਚ ਇੱਕ ਦੀ ਹੀ ਗੱਲ ਕਰਦੇ ਹਨ। ਇੱਕ ਓੰਕਾਰ, ਜੋ ਇੱਕ ਅਦੁੱਤੀ ਵਾਹਿਗੁਰੂ ਜਿਹੜਾ ਨਿਰਗੁਣ ਸਰੂਪ ਹੈ। ਓੰਕਾਰ ਜਿਹੜਾ ਵਾਹਿਗੁਰੂ ਨੂੰ ਜਪਦਾ ਹੈ ਨਾ, ਵਾਹਿਗੁਰੂ ਉਹਦੀ ਰੱਖਿਆ ਕਰਦਾ ਓੰਕਾਰ। ਬਦਨ ਸਿੰਘ ਸ਼ੇਖਵਾ ਹੋਏ 1853 ਦੇ ਨੇੜੇ, ਉਹ ਜ਼ਿਕਰ ਕਰਦੇ ਕਿ ਵਾਹਿਗੁਰੂ ਕੀ ਕੀ ਕਰਦਾ ਹੈ। ਬੰਦਾ ਜਿਵੇਂ ਰੱਬ ਨੂੰ ਯਾਦ ਕਰਦਾ ਨਾ, ਜਿਸ ਤਰੀਕੇ ਨਾਲ, ਰੱਬ ਉਵੇਂ ਉਵੇਂ ਪ੍ਰਗਟ ਹੋ ਜਾਂਦਾ ਹੈ। ਉਵੇਂ ਉਵੇਂ ਜਿਵੇਂ ਤੁਸੀਂ ਸੋਚ ਲਓ ਵੀ ਰੱਬ ਐਵੇਂ ਹੈ, ਉਵੇਂ ਹੀ ਹੈ, ਉਸ ਤੋਂ ਬਾਹਰ ਨਹੀਂ। ਰੱਬ ਨੂੰ ਜਿਵੇਂ ਤੁਸੀਂ ਜਪੋਗੇ, ਰੱਬ ਜੀ ਮੇਰੀ ਇਹ ਰੱਖਿਆ ਕਰੋ, ਤੇ ਵਾਹਿਗੁਰੂ ਓੰਕਾਰ ਉਹ ਰੱਖਿਆ ਕਰਨ ਵਾਲਾ ਹੈ ਭਾਈ। ਹਰ ਵੇਲੇ ਹਰ ਥਾਂ ਤੇ ਖਾਲਸਾ ਜੀਓ, ਉਹ ਪਰਮਾਤਮਾ ਰੱਖਿਆ ਕਰਨ ਵਾਲਾ ਓੰਕਾਰ ਸਰੂਪ ਹੈ। ਅਸੀਂ ਸਭ ਆਪਣੀ ਰੱਖਿਆ ਭਾਲਦੇ ਹਾਂ। ਪਹਿਲਾਂ ਦੁਨੀਆ ਵਿੱਚ ਸਾਨੂੰ ਇਹ ਚਾਹੀਦਾ, ਪਾਤਸ਼ਾਹ ਰੋਟੀ ਕੱਪੜਾ ਦੇਈਂ, ਰੱਖਿਆ ਕਰੀ ਦੁੱਖਾਂ ਤੋਂ, ਰੋਗਨ ਤੇ ਅਰ ਸੋਗਨ ਤੇ ਜਲ ਜੋਗਨ ਤੇ ਵੋ ਭਾਂਤ ਬਚਾਵੇ। ਸਾਡੀ ਅਰਦਾਸ ਇਹੀ ਹੁੰਦੀ ਪਹਿਲਾਂ, ਔਖੀ ਘੜੀ ਨਾ ਦੇਖਣ ਦੇਈ, ਇਹ ਅਰਦਾਸ ਹੁੰਦੀ ਹੈ। ਜਿਸ ਕੇ ਸਿਰ ਉੱਪਰ ਤੂੰ ਸਮਾਮੀ, ਇਹ ਅਰਦਾਸ ਅਸੀਂ ਕਰਦੇ, ਪਹਿਲਾਂ ਹੀ ਕਰਦੇ ਆ। ਪਹਿਲਾਂ ਮਹਾਰਾਜ ਸਾਨੂੰ ਬਾਹਰੀ ਪੱਖਾਂ ਤੋਂ ਬਚਾ ਕੇ ਰੱਖੀ, ਤਾਂ ਹੀ ਅੰਦਰ ਜੁੜਾਂਗੇ। ਜੇ ਘਰ ਵਿੱਚ ਦਾਣੇ ਨਹੀਂ ਤੇ ਕਾਹਦੀ ਭਗਤੀ ਹੁੰਦੀ ਹੈ? ਭੁੱਖੇ ਭਗਤ ਨਾ ਕੀਜੈ।
ਇਹ ਮਾਲਾ ਫੜ ਲਓ ਮਹਾਰਾਜ, ਸਾਡੇ ਤੋਂ ਨਹੀਂ ਭਗਤੀ ਹੁੰਦੀ। ਤਾਂ ਇਹ ਬਾਹਰੀ ਰੱਖਿਆ ਮੰਗੀ ਹੈ। ਓੰਕਾਰ ਜੋ ਬਾਹਰੀਆਂ ਵਸਤੂਆਂ ਦੇਣ ਵਾਲਾ ਵਾਹਿਗੁਰੂ ਸਰਗੁਣ ਸਰੂਪ ਹੈ। ਸਤਿਗੁਰ ਪ੍ਰਸਾਦ ਤੇ ਇੱਕ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸੱਚੇ ਗੁਰੂ ਦੀ ਕਿਰਪਾ ਸਦਕਾ। ਉਹ ਕੈਸਾ ਹੈ? ਸਤ ਚੇਤਨ ਆਨੰਦ ਸਰੂਪ ਹੈ। ਸਤ ਕਦੇ ਖਤਮ ਨਹੀਂ ਹੁੰਦਾ। ਗੁਰ ਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ ਵਾਹਿਗੁਰੂ। ਤੇ ਮਨਾ ਐਸੇ ਬਖਸ਼ਿਸ਼ ਰੂਪ ਪਰਮਾਤਮਾ ਨੂੰ ਜੇ ਮਿਲਣਾ ਹੈ ਤਾਂ ਗੁਰੂ ਦੀ ਸ਼ਰਨ ਵਿੱਚ ਆ, ਹਿਰਦੇ ਨੂੰ ਸ਼ੁੱਧ ਕਰ ਤੇ ਵਾਹਿਗੁਰੂ ਦਾ ਪੱਲਾ ਪਕੜ ਲੈ। ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਵੇਖ ਉਦਾਸੀ। ਭਗਤ ਤਿਲੋਚਨ ਜੀ ਸਾਹਮਣੇ ਜੈ ਚੰਦ ਜੀ ਬੈਠੇ, ਲਿਬਾਸ ਉਦਾਸੀਆਂ ਵਾਲਾ। ਉਦਾਸੀ ਕੀ ਹੁੰਦਾ? ਬਿਰਕਤ। ਬਿਰਕਤ ਦਾ ਤੇ ਅੱਖਰੀ ਅਰਥ ਇਹ ਸੀ ਰਕਤ ਤੋਂ ਬਿਨਾ, ਬੇਰਕਤ ਖੂਨ ਤੋਂ ਬਿਨਾ। ਹੁਣ ਖੂਨ ਜਿਹਦੇ ਵਿੱਚ ਨਾ ਹੋਵੇ ਤਾਂ ਬੰਦਾ ਖਤਮ ਹੈ। ਇੱਥੇ ਬਿਰਕਤ ਦਾ ਭਾਵ ਜਿਹੜਾ ਖਾਲਸਾ ਜੀ ਦੁਨਿਆਵੀ ਮੋਹ ਮਾਇਆ ਤੋਂ ਨਿਰਲੇਪ ਹੋਵੇ, ਵਿਸ਼ੇ ਵਿਕਾਰਾਂ ਤੋਂ ਨਿਰਲੇਪ ਹੋਵੇ, ਜਿਹਨੂੰ ਕੋਈ ਲੋਭ ਮੋਹ ਆਦਿਕ ਨਹੀਂ, ਕਿਸੇ ਨਾਲ ਲਗਾਵ ਨਹੀਂ, ਉਹਨੂੰ ਕਹਿੰਦੇ ਬਿਰਕਤ, ਉਦਾਸੀ। ਜਿਹੜਾ ਦੁਨੀਆ ਤੋਂ ਵਿਸ਼ੇ ਵਿਕਾਰਾਂ ਦੀ ਮਾਇਆ ਤੋਂ ਨਿਰਲੇਪ ਹੋ ਜਾਵੇ, ਉਹ ਉਦਾਸੀ। ਭਗਤ ਜੀ ਕਹਿਣ ਲੱਗੇ, ਜੈ ਚੰਦ ਜੀ ਆਪਣਾ ਹਿਰਦਾ ਵੇਖਿਆ? ਕਹਿੰਦਾ ਜੀ ਨਹੀਂ ਵੇਖਿਆ। ਬਾਹਰੋਂ ਤਾਂ ਨਹਾ ਧੋ ਕੇ ਬੈਠ ਗਏ ਹੋ, ਤੀਰਥਾਂ ਤੇ ਇਸ਼ਨਾਨ ਕਰਕੇ ਆਏ ਹੋ ਕਿ ਮੈਂ ਆਪਣੀ ਮੈਲ ਧੋ ਕੇ ਆ ਗਿਆ, ਪਰ ਨਹੀਂ, ਹੋਰ ਤੁਹਾਡਾ ਮਨ ਮੈਲਾ ਹੋ ਗਿਆ ਹੈ। ਤੁਸੀਂ ਹਿਰਦਾ ਸ਼ੁੱਧ ਨਹੀਂ ਕੀਤਾ। ਖਾਲਸਾ ਜੀਓ, ਆਪਣੇ ਹਿਰਦੇ ਵੱਲ ਸਾਰੇ ਵੇਖੀਏ। ਜੇ ਕੁਝ ਬਣਨਾ ਚਾਹੁੰਦੇ ਆ, ਸਾਡੀ ਤਰਾਸਦੀ ਅਜੇ ਤੱਕ ਇਹ ਰਹੀ, ਅਸੀਂ ਦੂਜੇ ਦੇ ਹਿਰਦੇ ਵੱਲ ਵੇਖਦੇ ਆ, ਤਾਂ ਸਾਡਾ ਕੁਝ ਨਹੀਂ ਬਣ ਰਿਹਾ ਅਜੇ ਤੱਕ। ਇਹੀ ਗੱਲ ਹੈ ਜੀ, ਸੱਚਾਈ ਇਹਦੇ ਵਿੱਚ ਹੈ। ਭਾਵੇਂ ਇਹਨੂੰ ਕੋਈ ਸੁਣੇਗਾ ਨਹੀਂ, ਆਪਣੇ ਬਾਰੇ ਬੰਦਾ ਕੋਈ ਨਹੀਂ ਸੁਣਦਾ ਕਿ ਮੇਰੇ ਹਿਰਦੇ 'ਚ ਕਿਹੜੇ ਕਿਹੜੇ ਔਗੁਣ ਹਨ, ਕਿਹੜੇ ਕਿਹੜੇ ਪਾਪ ਹਨ। ਜਦੋਂ ਅਸੀਂ ਆਪਣੇ ਪਾਪ, ਆਪਣਾ ਹਿਰਦਾ ਸ਼ੁੱਧ ਕਰਨਾ ਸ਼ੁਰੂ ਕਰਤਾ ਨਾ, ਫਿਰ ਸਾਨੂੰ ਸਾਰੇ ਚੰਗੇ ਲੱਗਣਗੇ। ਅਜੇ ਸਾਨੂੰ ਸਾਰੇ ਬੁਰੇ ਲੱਗਦੇ ਹਨ। ਪਹਿਲਾਂ ਆਪਣਾ ਹਿਰਦਾ, ਉਹ ਕਿਵੇਂ ਵੇਖਾਂਗੇ? ਇੱਕ ਸ਼ੀਸ਼ਾ ਹੈ, ਜਿਵੇਂ ਸਵੇਰੇ ਸਵੇਰੇ ਸ਼ੀਸ਼ੇ 'ਚ ਅਸੀਂ ਦਸਤਾਰ ਸਜਾਉਂਦੇ ਹਾਂ, ਤਿਆਰ ਹੁੰਦੇ ਹਾਂ, ਆਪਣਾ ਮੇਕਅਪ ਕਰਦੇ ਹਾਂ। ਅਸੀਂ ਵੀ ਤਾਂ ਮੇਕਅਪ ਕਰਦੇ ਹਾਂ ਬੀਬੀਆਂ ਵਾਂਗ, ਚੰਗੀ ਤਰ੍ਹਾਂ ਪੱਗ ਦਸਤਾਰ ਸਜਾ ਕੇ। ਹਰ ਬੰਦਾ ਕਰਦਾ ਹੈ। ਸ਼ੀਸ਼ੇ 'ਚ ਆਪਣਾ ਸਰੀਰ ਵੇਖਦਾ ਹੈ, ਆਪਣੀ ਆਕ੍ਰਿਤੀ ਵੇਖਦਾ ਹੈ, ਆਪਣਾ ਸਰੂਪ ਵੇਖਦਾ ਹੈ ਵੀ ਮੈਂ ਸੋਹਣਾ ਲੱਗਦਾ। ਮੁਖ ਧੋਤਾ ਹੋਇਆ, ਗਿੱਧਾ ਤੇ ਨਹੀਂ ਬਾਹਰ ਆਉਂਦੀਆਂ। ਇਸੇ ਤਰ੍ਹਾਂ ਗੁਰੂ ਸ਼ੀਸ਼ੇ ਵਿੱਚ ਆ ਕੇ ਕੀ ਵੇਖਣਾ ਹੈ ਕਿ ਮਹਾਰਾਜ ਮੇਰਾ ਹਿਰਦਾ ਕਿਤਨਾ ਸ਼ੁੱਧ ਹੈ। ਰੋਜ਼ ਸੰਗਤ ਕਰਦੀ ਪਾਤਸ਼ਾਹ, ਅਜੇ ਤੱਕ ਕੁਝ ਨਹੀਂ ਬਣਿਆ ਮਹਾਰਾਜ। ਇਹ ਵੇਖਣਾ ਹੁੰਦਾ ਗੁਰੂ ਪਾਤਸ਼ਾਹ ਦੇ ਰੋਜ਼ ਦਰਬਾਰੇ ਆ ਕੇ, ਜਦੋਂ ਅਰਦਾਸ ਕਰਦੇ ਨਾ ਕੋਈ ਪਿਆਰਾ, ਜਿਹਦਾ ਮਨ ਜੁੜਨਾ ਸ਼ੁਰੂ ਹੋ ਰਿਹਾ ਹੈ, ਅਰਦਾਸ ਕਰਦੇ ਆ, ਜੁੜਨਾ ਸ਼ੁਰੂ ਹੋ ਰਿਹਾ ਅਰਦਾਸ ਵਿੱਚ ਹੀ, ਤੇ ਮੰਨ ਲਓ ਉਹਦਾ ਥੋੜਾ ਥੋੜਾ ਮਨ ਸ਼ੁੱਧ ਹੋਣਾ ਸ਼ੁਰੂ ਹੋ ਰਿਹਾ ਹੈ। ਨਿਤਨੇਮ ਕਰਦੇ ਆ, ਪਾਠ ਕਰਦੇ ਆ, ਭਜਨ ਕਰਦੇ ਆ, ਕਥਾ ਸੁਣਦੇ ਆ, ਕਰਦੇ ਆ, ਕੀਰਤਨ ਸੁਣਦੇ ਆ, ਕਰਦੇ ਆ,
ਜਿਹਦਾ ਮਨ ਲੱਗਣਾ ਸ਼ੁਰੂ ਹੋ ਰਿਹਾ, ਜੁੜਨਾ ਸ਼ੁਰੂ ਹੋ ਰਿਹਾ, ਉਹਨੂੰ ਕਹਿ ਲੋ ਕਿ ਉਹਦਾ ਮਨ ਥੋੜਾ ਸ਼ੁੱਧ ਹੋ ਰਿਹਾ ਹੈ। ਇਸ ਤਰ੍ਹਾਂ ਇਹ ਦਿਖਦਾ ਹੈ, ਐਵੇਂ ਨਹੀਂ ਮਹਿਸੂਸ ਹੁੰਦਾ। ਹੁਣ ਆਪਣਾ ਮਨ ਕੌਣ ਜਾਣਦਾ ਹੈ? ਤੁਹਾਡੇ ਮਨ 'ਚ ਕੀ ਹੈ? ਅਸੀਂ ਤਾਂ ਨਹੀਂ ਜਾਣਦੇ ਨਾ, ਤੁਸੀਂ ਜਾਣ ਸਕਦੇ ਹੋ ਕਿ ਮੇਰਾ ਮਨ ਇੱਥੇ ਕਿਵੇਂ ਘੁੰਮ ਰਿਹਾ, ਹੁਣ ਕੀ ਸੋਚ ਰਿਹਾ ਹੈ। ਰੱਬ ਨਾਲ ਜੁੜਨ ਵੇਲੇ ਮਨ ਜੇ ਦੌੜਦਾ ਹੋਵੇ ਤਾਂ ਸਮਝੋ ਜੇ ਮੈਲਾ ਹੈ, ਤੇ ਬਿਲਕੁਲ ਨਹੀਂ ਜੁੜ ਰਿਹਾ। ਅੰਦਰ ਵਿਸ਼ੇ ਵਿਕਾਰ ਡੁੱਲ ਡੁੱਲ ਕੇ ਬਾਹਰ ਆ ਰਹੇ ਹਨ ਤਾਂ ਬਿਲਕੁਲ ਮੈਲਾ ਹੈ। ਇਹੀ ਦੱਸਿਆ ਪਾਤਸ਼ਾਹ ਨੇ ਬਾਣੀ ਵਿੱਚ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥਾਂ ਤੇ ਨਹਾਣ ਜਾ ਰਹੇ ਆ ਸ਼ੁੱਧ ਹੋਣ ਲਈ, ਪਰ ਮਨਾ ਨਾ, ਨਾਮ ਦਾ ਤੀਰਥ ਵਾਹਿਗੁਰੂ ਵਾਹਿਗੁਰੂ। ਇਹ ਅਗਿਆਨ ਦਾ ਪਰਦਾ ਦੂਰ ਕਰਕੇ ਨਾ ਉੱਥੇ ਅਸਲ ਤੀਰਥ ਵੱਲ ਲੈ ਜਾਂਦਾ ਹੈ। ਇੱਕ ਅੱਧੇ ਮਿੰਟ ਲਈ ਸਾਰੇ ਆਪਣੇ ਵੱਲ ਦੇਖੀਏ, ਆਪਣੇ ਮਨ ਵੱਲ। ਜਦੋਂ ਬੰਦਾ ਅੰਦਰ ਧਿਆਨ ਲਗਾਉਂਦਾ ਹੈ, ਕੁਛ ਤੁਹਾਨੂੰ ਮਹਿਸੂਸ ਹੁੰਦਾ ਹੈ ਵੀ ਅੰਦਰ ਕੁਝ ਹੈ। ਜੇ ਅੰਦਰ ਚਿੰਤਾ ਹੈ, ਭਾਰੀਪਨ ਮਹਿਸੂਸ ਹੁੰਦਾ ਹੈ, ਫਿਰ ਵੀ ਅਗਿਆਨ ਅੰਦਰ ਭਾਰੂ ਹੈ। ਤੇ ਵਾਹਿਗੁਰੂ ਸ਼ਬਦ ਦਾ ਜਾਪ ਗੁਰੂ ਕਿਰਪਾ ਨਾਲ ਕਰਦਿਆਂ ਹੋਇਆ, ਗੁਰੂ ਦੀ ਕਿਰਪਾ ਨਾਲ ਜਾਂਦੀ ਹੈ ਨਾਲ। ਜੇ ਗੁਰੂ ਦੀ ਕਿਰਪਾ ਨਾਲ ਜਾ ਰਹੀ ਹੈ, ਵਾਹਿਗੁਰੂ ਗੁਰੂ ਪਾਤਸ਼ਾਹ ਅਗਿਆਨ ਦਾ ਪਰਦਾ ਪਰੇ ਕਰ ਦਿੰਦੇ। ਉਹ ਅਗਿਆਨ ਦਾ ਪਰਦਾ ਹੀ ਮੈਲਾ ਹੈ। ਜਦ ਤੱਕ ਉਹ ਰਹੇਗਾ, ਅੰਦਰੋਂ ਵਿਸ਼ੇ ਵਿਕਾਰਾਂ ਦੀ ਮੈਲ ਬਾਹਰ ਆਈ ਜਾਵੇਗੀ, ਆਈ ਜਾਵੇਗੀ, ਆਈ ਜਾਵੇਗੀ। ਵਾਹਿਗੁਰੂ ਨੇ ਉਹ ਪਰਦਾ ਦੂਰ ਕਰਨਾ ਹੈ। ਜਦੋਂ ਪਰਦਾ ਦੂਰ ਕਰ ਦਿੱਤਾ, ਫਿਰ ਬੰਦਾ ਅੰਦਰੋਂ ਸ਼ੁੱਧ ਹੋ ਗਿਆ। ਬਾਬਾ ਬੁੱਢਾ ਸਾਹਿਬ ਇੱਕ ਵਾਰੀ ਬੁੱਢਾ ਸਾਹਿਬ ਬੈਠੇ ਸਨ, ਗੁਰੂ ਮਹਾਰਾਜ ਵੀ ਨਾਲ ਬੈਠੇ, ਦੋ ਹੀ। ਗੁਰੂ ਪਾਤਸ਼ਾਹ ਕਹਿੰਦੇ, ਬੁੱਢਾ ਸਾਹਿਬ ਜੀ ਤੁਸੀਂ ਹੁਣ ਸ਼ੁੱਧ ਹੋ ਗਏ ਹੋ। ਕਹਿੰਦੇ ਮਹਾਰਾਜ ਫਿਰ ਮੈਂ ਨਾ ਨਹਾਏ ਕਰਾਂ, ਸ਼ੁੱਧ ਹੋ ਗਿਆ ਤੇ ਨਹਾਉਣ ਦੀ ਲੋੜ ਨਹੀਂ। ਪਾਤਸ਼ਾਹ ਕਹਿੰਦੇ ਨਾ ਨਹਾਓ, ਤੁਹਾਨੂੰ ਲੋੜ ਨਹੀਂ। ਮਹਾਰਾਜ ਕਹਿੰਦੇ ਤੁਸੀਂ ਨਹੀਂ ਨਹਾਓਗੇ ਨਾ, ਤੁਹਾਨੂੰ ਵੇਖ ਕੇ ਕਿਸੇ ਨੇ ਨਹਾਣਾ ਵੀ ਨਹੀਂ। ਇਹ ਨਹਾਉਂਦੇ ਨਹੀਂ, ਮੈਂ ਕਿਉਂ ਨਹਾਵਾਂ। ਤੁਸੀਂ ਦੁਨੀਆ ਦੇ ਰਾਹਨੁਮਾ ਬਣੇ ਹੋਏ ਹੋ। ਬ੍ਰਹਮ ਗਿਆਨੀ ਸੰਤ ਦੁਨੀਆ ਦਾ ਰਾਹਨੁਮਾ, ਉਹ ਰਾਹਨੁਮਾ ਕਹਿੰਦੇ ਰਸਤਾ ਵਿਖਾਣ ਵਾਲਾ। ਤੁਹਾਨੂੰ ਵੇਖ ਕੇ ਕਈਆਂ ਨੇ ਜੁੜਨਾ ਹੈ। ਨਹਾਣਾ ਭਾਵ ਰੋਜ਼ ਉੱਠ ਕੇ ਸਿਮਰਨ ਕਰਨਾ, ਰੋਜ਼ ਆਪਣਾ ਨੇਮ ਨਿਭਾਣਾ। ਉਹ ਤੁਸੀਂ ਨਹੀਂ ਨਿਭਾਓਗੇ, ਦੁਨੀਆ ਕਿੱਥੇ ਨਿਭਾਵੇਗੀ। ਕਹਿੰਦੇ ਸਤ ਬਚਨ ਮਹਾਰਾਜ, ਅੰਦਰੋਂ ਸ਼ੁੱਧ ਹੋ ਕੇ ਵੀ ਸਾਧੂ ਪੁਰਖ ਸਾਧਕ ਜਨ ਸਿਮਰਨ ਨਹੀਂ ਛੱਡਦਾ। ਕਿਉਂ ਨਹੀਂ ਛੱਡਦਾ ਜੀ? ਕਿਉਂਕਿ ਦੁਨੀਆ ਨੂੰ ਖਾਲਸਾ ਜੀਓ, ਦੁਨੀਆ ਬਾਹਰੀ ਵਿਖਾਵਾ ਦੇਖਦੀ ਏ, ਬਾਹਰੀ ਪਹਿਲਾਂ ਕਿਰਿਆ ਵੇਖਦੀ ਹੈ, ਅੰਦਰ ਤਾਂ ਕੋਈ ਵੇਖਦਾ ਹੀ ਨਹੀਂ। ਹੁਣ ਕਿਹਦੇ ਅੰਦਰ ਕੀ ਚੱਲਦਾ ਹੈ ਉਹ ਤਾਂ ਵੇਖ ਨਹੀਂ ਰਹੇ, ਦੂਜੇ ਦੇਖਦੇ। ਬੰਦਾ ਬੈਠਾ ਹੈ, ਪਾਤਸ਼ਾਹ ਕਹਿੰਦੇ ਤੁਹਾਡਾ ਨਿਤਨੇਮ ਵੇਖ ਕੇ, ਤੁਹਾਡੀ ਕਿਰਿਆ ਵੇਖ ਕੋਈ ਜੁੜੇਗਾ। ਜਦੋਂ ਜੁੜੇਗਾ, ਅੰਦਰ ਜਾਵੇਗਾ, ਫਿਰ ਆਪਣੇ ਆਪ ਸ਼ੁੱਧ ਹੋਣਾ ਸ਼ੁਰੂ ਹੋ ਜਾਏਗਾ। ਇਸ ਤਰ੍ਹਾਂ ਹਿਰਦੇ ਨੂੰ ਪਾਤਸ਼ਾਹ ਕਹਿੰਦੇ ਸ਼ੁੱਧ ਕਰੀਏ।
ਅੰਤਰ ਮਲ, ਅੰਤਰ ਮੈਲ ਹੈ, ਮਲੀਨ ਹਿਰਦਾ ਹੈ। ਨਿਰਮਲ ਨਹੀਂ ਕੀਨਾ, ਇਹਨੂੰ ਨਿਰਮਲ ਕੀਤਾ ਹੀ ਨਹੀਂ। ਐ ਮੇਰੇ ਮਨਾ ਕੀ ਹੋਇਆ, ਕਾਹੇ ਭਇਆ ਬਾਹਰ ਭੇਖ ਉਦਾਸੀ। ਬਾਹਰ ਉਦਾਸੀ ਦਾ ਲਿਬਾਸ, ਉਦਾਸੀ ਕਹਿੰਦੇ ਕਿਸੇ ਨੂੰ ਛੂਹਣਾ ਵੀ ਨਾ, ਉਦਾਸੀ ਇਹਨੂੰ ਕਹਿੰਦੇ। ਜਿਵੇਂ ਸੁਖਮਨੀ ਸਾਹਿਬ ਵਿੱਚ ਆਉਂਦਾ ਨਾ, ਨੌਵੀਂ ਅਸ਼ਟਪਦੀ ਅਪਰਸ, ਅਪਰਸ ਕਿਸੇ ਨੂੰ ਪਰਸਣਾ ਨਾ, ਕਿਸੇ ਨੂੰ ਛੂਹਣਾ ਨਾ, ਸਭ ਤੋਂ ਨਿਰਲੇਪ ਰਹਿਣਾ। ਜਿਵੇਂ ਆਮ ਕਹਿੰਦੇ ਨੇ ਪਰ ਇਹ ਦੂਰ ਰਹੀ ਮੇਰੇ ਤੋਂ, ਵਾਇਰਸ ਹੋ ਜਾਏਗਾ। ਅੱਜ ਕੱਲ ਤਾਂ ਸਾਰੇ ਅਪਰਸ ਬਣ ਗਏ। 2-4 ਮਹੀਨੇ 6 ਮਹੀਨੇ ਪਹਿਲਾਂ ਤਾਂ ਸਾਰੇ ਕਿਲੋਮੀਟਰ ਦੂਰ ਰਹਿੰਦੇ ਸਨ, ਨਾ ਬਈ ਨਾ ਉਹ ਬਾਹਰ ਨਹੀਂ ਜਾਣਾ। ਉਦੋਂ ਵੀ ਇਹ ਸੀ। ਅਸਲ ਜਿਹੜਾ ਅਪਰਸ ਹੈ ਉਹ ਕੌਣ ਹੈ? ਪਰ ਤ੍ਰਿਯ ਰੂਪ ਨਾ ਪੇਖੈ ਨੇਤਰ, ਸਾਧ ਕੀ ਜਿਹੜੀ ਸਾਧੂ ਮਹਾਂਪੁਰਸ਼ਾਂ ਦੀ ਟਹਿਲ ਹੈ, ਸੰਤ ਸੰਗੇਤ ਕਰਨ ਨਾ ਸੁਣੈ, ਕਾਹੂ ਕੀ ਨਿੰਦਾ। ਇਹ ਕੰਨ ਕਿਸੇ ਨੂੰ ਨਾ ਛੂਣ, ਉਹਨੂੰ ਕਹਿੰਦੇ ਉਦਾਸੀ। ਜੇ ਅੰਦਰ ਛੂਣਗੇ ਨਿੰਦਾ ਨੂੰ, ਅੰਦਰ ਮੈਲ ਜਾਵੇਗੀ ਤਾਂ ਹਿਰਦਾ ਮੈਲਾ। ਅੱਖਾਂ ਬੁਰਾ ਵੇਖਣਗੀਆਂ ਤੇ ਹਿਰਦਾ ਮੈਲਾ, ਉਦਾਸੀ ਦਾ ਨਾ ਹੋਇਆ। ਭਗਤ ਜੀ ਕਹਿੰਦੇ ਨਾ ਜੈਦੇਵ ਚੰਦ, ਜੈ ਚੰਦ ਜੀ ਇਸ ਤਰ੍ਹਾਂ ਨਹੀਂ ਕਰੀਦਾ। ਸਮਝਾਉਣ ਦਾ ਤਰੀਕਾ ਹੁੰਦਾ ਕਿਸੇ ਨੂੰ। ਜੇ ਸਮਝਾਓਗੇ ਡਾਂਟ ਕੇ, ਝਾੜ ਕੇ, ਗਾਲਾਂ ਕੱਢ ਕੇ ਨਹੀਂ ਸਮਝਣਾ ਕਿਸੇ ਨੇ। ਗਲਵਕੜੀ ਪਾ ਕੇ ਬੈਠੋ ਜੀ, ਥੋੜੀ ਜਿਹੀ ਗੱਲ ਕਰੋ, ਬੜੇ ਭਲੇ ਬੰਦੇ ਹੋ ਭਾਈ, ਸ਼ਾਬਾਸ਼ ਤੁਹਾਨੂੰ, ਥੋੜਾ ਜਿਹਾ ਇਸ ਤਰ੍ਹਾਂ ਕਰ ਲਿਆ ਕਰੀਏ। ਬਾਣੀ ਦਾ ਤਰੀਕਾ ਹੈ ਸਮਝਾਉਣ ਦਾ। ਗੁਰੂ ਤੇਗ ਬਹਾਦਰ ਪਾਤਸ਼ਾਹ ਦਾ, ਖਾਸ ਕਰਕੇ ਸਾਰੇ ਗੁਰੂ ਸਾਹਿਬਾਨ ਦਾ। ਗੁਰੂ ਪਾਤਸ਼ਾਹ ਨੇ ਸਾਰੀ ਬਾਣੀ ਆਪਣੇ ਤੇ ਲਈ ਏ। ਕਦੀ ਸਹਿਜ ਪਾਠ ਕਰਕੇ ਵੇਖਣਾ, ਆਪਣੇ ਮਨ ਨੂੰ ਆਖਿਆ, ਦੂਜੇ ਨੂੰ ਨਹੀਂ ਆਖਿਆ, ਆਪਣੇ ਆਪ ਨੂੰ। ਦੂਜੇ ਨੂੰ ਆਖੋਗੇ ਉਹ ਕਹਿੰਦਾ ਸਿੱਧਾ ਮੈਨੂੰ ਕਹਿ ਰਿਹਾ, ਲੱਗਦਾ ਮੇਰੇ ਨਾਲ ਵੈਰ ਹੈ ਇਹਦਾ। ਆਪਣੇ ਨੂੰ ਆਖੋਗੇ ਕਹਿੰਦੇ ਹਾਂ ਬਈ ਇਹ ਮੈਨੂੰ ਹੀ ਕਹਿ ਰਿਹਾ ਹੈ। ਦੂਜੀ ਗੱਲ, ਹੁਣ ਆਪਣੇ ਨੂੰ ਕਿਉਂ ਆਖਿਆ? ਜਿਹੜਾ ਬਾਣੀ ਪੜ੍ਹੇਗਾ ਆਪਣੇ ਆਪ ਨੂੰ ਆਖੇਗਾ। ਹੁਣ ਇੱਥੇ ਜਿਤਨੇ ਜੀ ਬੈਠੇ ਆ, ਜਿਹਨੇ ਬਾਣੀ ਪੜਾਂਗੇ ਆਪਣੇ ਨੂੰ ਆਖਾਂਗੇ ਕਿ ਮੈਂ ਬੁਰਾ ਹਾਂ, ਮੇਰੇ 'ਚ ਪਾਪ ਹਨ। ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ, ਤਾਤੇ ਅਹਨਿਸ ਭਾਗੋ। ਆਪਣੇ ਆਪ ਨੂੰ ਕਹਿਣਾ। ਜਦੋਂ ਇਹ ਮੇਰੇ ਮਨ ਆਪਣੇ ਆਪ ਨੂੰ ਤੂੰ ਸਮਝਾ ਲਿਆ ਤੇ ਬਾਹਰਲਾ ਭੇਖ ਉਦਾਸੀ ਦਾ ਆਪਣੇ ਆਪ ਬਣ ਜਾਵੇਗਾ। ਬਾਹਰੋਂ ਵੀ ਉਦਾਸੀ ਤੇ ਅੰਦਰੋਂ ਵੀ ਉਦਾਸ ਭਾਵ। ਇਹ ਨਹੀਂ ਵੀ ਘਰ ਛੱਡ ਕੇ ਬਾਹਰ ਭੱਜ ਜਾਣਾ, ਕਿ ਮਾਇਆ ਤੋਂ ਨਿਰਲੇਪ ਰਹਿਣਾ, ਅੱਖਾਂ ਤੋਂ ਬੁਰਾ ਨਾ ਵੇਖਣਾ, ਕੰਨਾਂ ਤੋਂ ਨਿੰਦਾ ਨਾ ਸੁਣਨਾ, ਮਨ ਵਿੱਚ ਕਿਸੇ ਪ੍ਰਤੀ ਬੁਰੇ ਵਿਚਾਰ ਨਹੀਂ ਆਉਣ, ਉਹਨੂੰ ਕਹਿੰਦੇ ਉਦਾਸੀ। ਉਹ ਹਿਰਦਾ ਸ਼ੁੱਧ ਵਾਲਾ ਹੈ। ਹਿਰਦੈ ਕਮਲ ਘਟ ਬ੍ਰਹਮ ਨਾ ਚੀਨਾ, ਕਾਹੇ ਭਇਆ ਸੰਨਿਆਸੀ। ਤਿਲੋਚਨ ਜੀ ਹੁਣ ਥੋੜਾ ਜਿਹਾ ਹੋਰ ਡੂੰਘੇ ਆ ਗਏ। ਹਿਰਦੇ ਵਿੱਚ ਇੱਕ ਕਮਲ ਦਾ ਫੁੱਲ ਹੈ। ਕਿੱਥੇ ਹੈ ਜੀ? ਕਿਸੇ ਡਾਕਟਰ ਕੋਲ ਚਲੇ ਜਾਓ, ਡਾਕਟਰ ਜੀ ਦੇਖਣਾ ਮੇਰੇ ਢਿੱਡ ਵਿੱਚ ਕਮਲ ਦਾ ਫੁੱਲ ਹੈ। ਇੱਕ ਡਾਕਟਰ ਸਰਜਰੀ ਕਰਨ ਵਾਲਾ, ਉਹ ਅਣਜਾਣ ਸੀ, ਉਹਨੇ ਢਿੱਡ ਪਾੜ ਦਿੱਤਾ, ਆਪਰੇਸ਼ਨ ਕਰਤਾ। ਕਹਿੰਦਾ ਨਾ ਜੀ ਹੈ ਨਹੀਂ ਤੁਹਾਡੇ ਹਿਰਦੇ 'ਚ। ਨਹੀਂ, ਮੇਰਾ ਵੈਦ ਗੁਰੂ ਗੋਬਿੰਦਾ, ਗੁਰੂ ਵੈਦ ਕੋਲ ਜਾਵਾਂਗੇ ਨਾ। ਦੱਸੋ ਮਹਾਰਾਜ ਜੀ ਮੇਰੇ ਹਿਰਦੇ 'ਚ ਕਿੱਥੇ ਕਮਲ ਦਾ ਫੁੱਲ ਹੈ? ਕੀ ਹੈ? ਲਗਭਗ ਬਾਣੀ ਵਿੱਚ 100 ਵਾਰੀ
ਇਹ ਮਿਸਾਲ ਆਈ ਹੈ ਲਗਭਗ ਕਮਲ ਦੇ ਫੁੱਲ ਦੀ। ਇਤਿਹਾਸ ਵਿੱਚ ਬੜੀ ਆਈ ਹੈ। ਚਰਨ ਕਮਲ, ਮੁਖੜਾ ਕਮਲ ਵਰਗਾ, ਹਿਰਦੇ ਵਿੱਚ ਊਂਦ ਕਵਲ ਬਿਕਸਾਂਤ। ਮੁੱਦਾ ਪਿਆ ਕਮਲ ਦਾ ਫੁੱਲ, ਉਸ ਤੱਕ ਤਾਂ ਪਹੁੰਚੇ ਹੀ ਨਹੀਂ। ਭਗਤ ਜੀ ਕਹਿੰਦੇ ਸੁਣੋ ਹੁਣ ਜਦ ਤੱਕ ਮਨ ਮੈਲਾ ਹੈ, ਉੱਤੇ ਅਗਿਆਨ ਦਾ ਪਰਦਾ ਪਿਆ ਹੋਇਆ ਹੈ ਤੇ ਸੂਰਜ ਦੀਆਂ ਕਿਰਨਾਂ ਥੱਲੇ ਜਾ ਹੀ ਨਹੀਂ ਰਹੀਆਂ। ਵਾਹਿਗੁਰੂ ਵਾਹਿਗੁਰੂ, ਆਓ ਜਾਪ ਕਰ ਲਈਏ। ਵਾਹਿਗੁਰੂ ਵਾਹਿਗੁਰੂ। ਕੋਈ ਨਹੀਂ, ਸਾਡੇ ਸਭ ਦੇ ਫੋਨ ਵੱਜਦੇ, ਅੱਜ ਬੰਦ ਕਰਨ, ਕੱਲ ਦੂਜੇ ਬੰਦ ਕਰ ਲੈਣਗੇ, ਕੋਈ ਗੱਲ ਨਹੀਂ। ਸਭ ਨੂੰ ਪਿਆਰ ਨਾਲ ਆਖਣਾ ਭਾਈ ਬੰਦ ਕਰ ਲਓ, ਕਿਸੇ ਨੂੰ ਕੁਝ ਨਹੀਂ ਆਖਣਾ, ਪਿਆਰ ਨਾਲ ਭਾਈ। ਸਾਡੇ ਵੀ ਤਾਂ ਫੋਨ ਵੱਜਦੇ ਹਨ। ਭਲਾ ਰਹੋ ਵਿਚਾਰ ਕਿ ਜਦੋਂ ਹਿਰਦੇ ਵਿੱਚ ਅਗਿਆਨ ਹੈ ਤੇ ਉਤੋਂ ਗੁਰੂ ਦਾ ਸ਼ਬਦ ਖਾਲਸਾ ਜੀ ਜਦੋਂ ਥੱਲੇ ਜਾਂਦਾ ਹੀ ਨਹੀਂ, ਜਿੱਥੇ ਕਮਲ ਦਾ ਫੁੱਲ ਹੈ। ਛੋਟੀ ਜਿਹੀ ਮਿਸਾਲ, ਸੂਰਜ ਉਹਦੀਆਂ ਕਿਰਨਾਂ ਨਾਲ ਫੁੱਲ ਖਿੜਦਾ ਹੈ। ਜੇ ਬੱਦਲ ਛਾਏ ਹੋਣ, ਉਹਦੀ ਕਿਰਨਾਂ ਥੱਲੇ ਆਣ ਹੀ ਨਾ, ਕਮਲ ਦਾ ਫੁੱਲ ਖਿੜੇਗਾ ਨਹੀਂ। ਉਹਦਾ ਪਿਆਰ, ਕਮਲ ਦਾ ਪਿਆਰ ਸੂਰਜ ਨਾਲ ਹੈ, ਕਿਰਨਾਂ ਨਾਲ ਹੈ, ਉਹ ਖਿੜ ਜਾਂਦਾ ਆਪਣੇ ਆਪ। ਬੱਦਲ ਨੇ ਰੁਕਾਵਟ ਪਾਤੀ ਵੀ ਨਾ, ਇਹਨੂੰ ਖਿੜਨ ਦੇਣਾ ਨਹੀਂ। ਸਾਡੇ ਹਿਰਦੇ ਵਿੱਚ ਅਗਿਆਨ ਰੂਪੀ ਬੱਦਲ ਨੇ ਰੁਕਾਵਟ ਪਾਤੀ ਵੀ ਨਾ, ਅੰਦਰਲਾ ਹਿਰਦਾ ਜੇ ਖਿੜ ਗਿਆ ਤੇ ਮੇਰਾ ਖੇਡ ਖਤਮ, ਮੇਰੀ ਖੇਲ ਖਤਮ। ਉਹ ਕੌਣ ਸੀ? ਅਗਿਆਨ, ਮਾਇਆ ਸੀ। ਮਾਇਆ ਕਲਯੁਗ ਨੇ ਐਸੇ ਬੱਦਲਾਂ ਦਾ ਪ੍ਰਭਾਵ ਪਾਇਆ ਕਿ ਹਿਰਦਾ ਖਿੜਨ ਦੇ ਹੀ ਨਹੀਂ ਰਿਹਾ ਸਾਡਾ। ਭਗਤ ਜੀ ਕਹਿੰਦੇ ਇਹ ਹਿਰਦੇ ਦਾ ਜਿਹੜਾ ਕਮਲ ਦਾ ਫੁੱਲ ਹੈ, ਇਹਨੂੰ ਖਿੜਾਣਾ ਸੀ। ਜਦੋਂ ਕਮਲ ਖਿੜ ਗਿਆ, ਊਂਦ ਕਵਲ ਬਿਗਸਾਂ, ਮੁੱਦਾ ਪਿਆ ਕਮਲ। ਕਈ ਵਾਰੀ ਜਦੋਂ ਖਾਲਸਾ ਬੰਦ ਹੁੰਦਾ ਨਾ, ਮੁੱਦਾ ਹੋ ਜਾਂਦਾ ਹੈ। ਆਪੇ ਜੋ ਬੰਦ ਹੋ ਗਈ ਉਸ ਤੇ ਖਾਲਸਾ ਢਿੱਡੀ ਜਿਹੀ ਹੋ ਜਾਂਦੀ ਹੈ, ਮੁੱਦਾ ਪੈ ਗਿਆ। ਸਾਡਾ ਹਿਰਦਾ ਵੀ ਇਸੇ ਤਰ੍ਹਾਂ ਗੁਰੂ ਸ਼ਬਦ ਵੱਲੋਂ ਮੁੱਦਾ ਪਿਆ ਹੋਇਆ ਹੈ, ਆਤਮ ਰਸ ਵਿੱਚ ਖੇਡ ਨਹੀਂ ਰਿਹਾ। ਜਦੋਂ ਖਿੜੇਗਾ ਤੇ ਉਦੋਂ ਖਾਲਸਾ ਜੀ ਆਪਣੇ ਆਪ ਇਹਨੂੰ ਆਨੰਦ ਆਉਣਾ ਸ਼ੁਰੂ ਹੋ ਜਾਵੇਗਾ। ਵਾਹਿਗੁਰੂ ਵਾਹਿਗੁਰੂ। ਹਿਰਦੇ 'ਚ ਕਮਲ ਹੈ, ਘਟ ਬ੍ਰਹਮ ਨਾ ਚੀਨਾ, ਉਹਦੇ ਵਿੱਚ ਹੀ ਬ੍ਰਹਮ ਪਰਮਾਤਮਾ ਹੈ। ਉਹਨੂੰ ਕਦੀ ਜਾਣਿਆ ਹੀ ਨਹੀਂ। ਕਿਉਂ ਨਹੀਂ ਜਾਣਿਆ? ਕਿ ਬਾਹਰੋਂ ਤਾਂ ਨਹਾ ਧੋ ਕੇ ਬੈਠ ਗਏ, ਅੰਦਰ ਵਿਸ਼ੇ ਵਿਕਾਰਾਂ ਦੀ ਮੈਲ, ਅੰਦਰ ਕਦੀ ਗਏ ਹੀ ਨਹੀਂ। ਜਿਹੜਾ ਬੰਦਾ ਅੰਦਰ ਚਲਾ ਗਿਆ ਨਾ, ਉਹ ਸੰਸਾਰ ਪੱਖ ਤੋਂ ਨਿਰਲੇਪ ਹੋ ਜਾਵੇਗਾ। ਸੰਸਾਰ ਕਹਿੰਦੇ ਸੰਸਿਆ ਤੋਂ, ਵਿਸ਼ੇ ਵਿਕਾਰਾਂ ਤੋਂ, ਮਾਇਆ ਤੋਂ, ਅਗਿਆਨ ਤੋਂ ਨਿਰਲੇਪ ਹੋ ਜਾਵੇਗਾ। ਉਹਨੂੰ ਕਵਾਂਗੇ ਸੰਨਿਆਸੀ। ਸਨ ਆਸੀ ਸੁਨ ਆਸੀ, ਜਿਹਦੀ ਆਸਾ ਸੁਨ ਹੋ ਗਈ ਹੋਵੇ ਉਹਨੂੰ ਕਹਿੰਦੇ ਸੰਨਿਆਸੀ। ਅੱਖੋ ਸਤਨਾਮ। ਵਾਹ। ਬੈਠੇ ਆ ਸਾਰੇ, ਆਏ ਜੀ ਕਿਸ ਲਈ ਆਏ ਆ? ਗੁਰਦੁਆਰੇ ਕੁਝ ਆਸਾ ਲੈ ਕੇ ਆਏ ਆ? ਉਹ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤਉ ਸਰਨਾਏ ਜੀਓ। ਸ਼ਰਨਾ ਤਾਂ ਤੱਕਦੇ ਆ, ਸ਼ਰਨ ਰੱਬ ਤੋਂ ਕੁਝ ਲੈਣਾ ਹੈ। ਮਹਾਰਾਜ ਇਹ ਦੇ ਦੋ, ਉਹ ਦੇ ਦੋ। ਹਰ ਬੰਦੇ ਦੀ ਆਸਾ ਹੈ। ਪਾਤਸ਼ਾਹ ਕਹਿੰਦੇ ਜਦੋਂ ਕੋਈ ਰੱਬ ਦਾ ਪਿਆਰਾ ਉਹਨੇ ਹਿਰਦੇ 'ਚ ਰੱਬ ਨੂੰ ਜਾਣ ਲਿਆ ਨਾ, ਉਹਦੀ ਆਸਾ ਖਤਮ। ਕਿਉਂ ਖਤਮ ਜੀ? ਕਿਉਂਕਿ ਵਾਹਿਗੁਰੂ ਜਿਹੜਾ ਆਸਾ ਪੂਰੀ ਕਰਨ ਵਾਲਾ ਹੈ,
ਅੰਦਰ ਬੈਠ ਗਿਆ। ਆਸਾ ਆਸ ਗੁਸਾਈ ਪੂਰੀਐ, ਮਿਲ ਗੋਪਾਲ ਗੋਬਿੰਦ ਨ ਕਬਹੂ ਝੂਰੀਐ। ਉਹ ਰੱਬ ਨਾਲ ਮਿਲ ਕੇ ਅੰਦਰ ਆਸਾ ਪੂਰੀ, ਉਹਨੂੰ ਕਹਿੰਦੇ ਸੁਨ ਆਸਾ, ਸ਼ੂन्य ਆਸਾ। ਸੁਨ ਸ਼ੂन्य, ਜ਼ੀਰੋ, ਖਤਮ। ਜਿਹਦੀ ਆਸਾ ਸ਼ੂन्य ਹੋ ਗਈ ਉਹ ਬਣ ਗਿਆ ਸੰਨਿਆਸੀ। ਜਿਹਦੇ ਹਿਰਦੇ ਵਿੱਚ ਜਿਹਨੇ ਵਾਹਿਗੁਰੂ ਸ਼ਬਦ ਦਾ ਜਾਪ ਕਰਦੇ ਕਰਦੇ ਰੱਬ ਨੂੰ ਜਾਣ ਲਿਆ, ਹਿਰਦੈ ਕਮਲ ਘਟ ਬ੍ਰਹਮ ਨ ਚੀਨਾ, ਕਾਹੇ ਭਇਆ ਸੰਨਿਆਸੀ, ਕਾਹੇ ਭਇਆ ਸੰਨਿਆਸੀ। 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 ਅਸੀਂ ਵੀ ਵੱਖ-ਵੱਖ ਸੰਪਰਦਾਵਾਂ ਧਾਰਨ ਕਰ ਲੀਆਂ, ਭਲਾ ਹੈ, ਸੰਪਰਦਾ ਬੁਰੀ ਨਹੀਂ, ਪਖੰਡ ਬੁਰਾ ਹੈ। 4 ਸੰਪਰਦਾਵਾਂ ਮੁੱਖ ਜੋ ਗੁਰੂ ਪਾਤਸ਼ਾਹ ਵੇਲੇ ਆਰੰਭ ਹੋਈਆਂ, ਉਦਾਸੀ, ਨਿਰਮਲੇ, ਸੇਵਾ ਪੰਥੀ ਤੇ ਨਿਹੰਗ ਸਿੰਘ। ਇਹ 4 ਮੁੱਖ, ਬਾਕੀ ਹੁਣ ਬਹੁਤ ਬਣ ਗਈਆਂ, ਉਹ ਵਿੱਚੋਂ ਹੀ ਬਣਦੀ ਗਈਆਂ, ਬੁਰੀਆਂ ਨਹੀਂ। ਪਰ ਜਿੱਥੇ ਪਖੰਡ ਆ ਗਿਆ ਉਹ ਖਤਮ। ਉਹਨੇ ਆਪਣਾ ਭੇਦ ਨਹੀਂ ਜਾਣਿਆ ਵੀ ਮੇਰਾ ਮੂਲ ਕਿੱਥੋਂ ਸ਼ੁਰੂ। ਮੂਲ ਹੋਇਆ ਸੀ ਗੁਰੂ ਪਾਤਸ਼ਾਹ ਦੇ ਸ਼ਬਦ ਤੋਂ। ਸ਼ਬਦ ਤੋਂ ਜਿਹਨੇ ਮੂਲ ਸਮਝ ਲਿਆ ਉਹ ਤਾਂ ਠੀਕ ਹੈ, ਜੇ ਨਾ ਸਮਝਿਆ ਉਹ ਖਤਮ ਹੈ। ਖਾਲਸਾ ਜੀਓ, ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਸਾਰੀਆਂ ਸੰਪਰਦਾਵਾਂ ਘੱਟੋ ਘੱਟ ਹਿੰਦੁਸਤਾਨ ਵਿੱਚ 480 ਏਸੀ ਅੱਜ ਤੋਂ 50 ਸਾਲ ਪਹਿਲਾਂ 480 ਸੰਪਰਦਾਵਾਂ ਅੱਜ ਤੋਂ 50 ਸਾਲ ਪਹਿਲਾਂ ਸੀ। ਲੱਗਦਾ ਹੁਣ 600 ਟੱਪ ਗਈਆਂ ਹੋਣੀਆਂ। ਇਤਨੀ ਸੰਪਰਦਾਵਾਂ ਵੱਖ-ਵੱਖ ਖਾਲਸਾ ਹਿੰਦੂ, ਮੁਸਲਮਾਨ, ਸਿੱਖ, ਜੈਨੀ, ਬੋਧੀ ਇਹਨਾਂ ਵਿੱਚ ਹਨ। ਵੱਖ-ਵੱਖ ਫਿਰਕੇ ਬਣ ਗਏ ਤੇ ਬੰਦਿਆ ਅੰਦਰ ਦਾ ਫਿਰਕਾ ਤੂੰ ਬਣਾਇਆ ਨਹੀਂ। ਕਾਹੇ ਭਇਆ ਸੰਨਿਆਸੀ, ਕੀ ਹੋਇਆ ਸੰਨਿਆਸੀ ਬਣ ਗਿਆ, ਪਰ ਵਾਹਿਗੁਰੂ ਪਰਮਾਤਮਾ ਨੂੰ ਨਹੀਂ ਜਾਣਿਆ, ਆਪਣੀ ਆਸਾ ਸੁਣ ਨਹੀਂ ਕੀਤੀ। ਪਰਮੇ ਭੂਲੀ ਰੇ ਜੈ ਚੰਦਾ। ਜੈ ਚੰਦ ਉਹ ਬ੍ਰਾਹਮਣ ਦਾ ਨਾਂ ਸੀ। ਇਹ ਜੈ ਚੰਦ ਤੇ ਪਾਤਸ਼ਾਹ ਸਾਰੀ ਦੁਨੀਆ ਨੂੰ ਕਹਿੰਦੇ ਇਹ ਲੋਕਾਈ, ਇਹ ਰੱਬ ਦੇ ਪਿਆਰਿਓ, ਭਰਮੇ ਭੂਲੀ, ਦੁਨੀਆ ਭਰਮ ਵਿੱਚ ਭੁੱਲੀ ਹੋਈ ਹੈ। ਨਹੀਂ ਨਹੀਂ ਚੀਨਿਆ ਪਰਮਾਨੰਦਾ। ਜਿਹੜਾ ਭਰਮ ਵਿੱਚ ਭੁੱਲਿਆ ਹੋਵੇ ਨਾ, ਉਹ ਪਰਮਾਨੰਦ, ਉਹ ਪਰਮ ਆਨੰਦ ਦਾ ਦਾਤਾ ਹੈ ਵਾਹਿਗੁਰੂ। ਅਸੀਂ ਆਮ ਕਹਿੰਦੇ ਰਾਤ 12:30 ਲਗਭਗ 3 ਵਜੇ ਅਰਦਾਸ ਪੂਰੀ ਹੋਈ, ਸੁਖਾਸਨ ਸਾਹਿਬ ਹੋਏ, ਮੋਤੀ ਬਾਗ ਸਾਹਿਬ। ਸਾਰੇ ਨੇ ਵੇਖਿਆ ਬੜਾ ਆਨੰਦ ਆਇਆ, ਬੜਾ ਆਨੰਦ ਆਇਆ। ਕਿੱਥੇ ਗਿਆ ਹੁਣ ਆਨੰਦ? ਆਨੰਦ ਵਧੀਆ ਪਨੀਰ ਦੀ ਸਬਜ਼ੀ ਖਾ ਲਈ, ਕਹਿੰਦੇ ਪਨੀਰ ਬਣਾਓ, ਬੜਾ ਆਨੰਦ ਆਇਆ ਸਬਜ਼ੀ ਚੱਕ ਕੇ। ਕਿੱਥੇ ਗਿਆ? ਥੋੜੀ ਦੇਰ ਬਾਅਦ ਫਿਰ ਭੁੱਖ ਲੱਗ ਗਈ। ਕੋਈ ਚੀਜ਼ ਵੇਖੀ, ਵਾਹ ਇਹ ਬੜੇ ਵਧੀਆ ਮਾਊਂਟੇਨ ਸਨ, ਬੜੇ ਵਧੀਆ ਪਹਾੜ ਹਨ, ਕਸ਼ਮੀਰ ਦੀ ਵਾਦੀਆਂ। ਥੋੜੀ ਦੇਰ ਬਾਅਦ ਫਿਰ ਘਰ ਚ ਆ ਗਿਆ ਦੁੱਖ, ਉਹੀ ਕਲੇਸ਼। ਫਿਰ ਕਿੱਥੇ ਗਿਆ ਆਨੰਦ? ਬਾਹਰ ਦੀ ਵਸਤੂ ਵਿੱਚ ਆਨੰਦ ਨਹੀਂ। ਤਾਈ ਪਾਤਸ਼ਾਹ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਹੁਣ ਅਗਲੀ ਪੰਕਤੀ ਦੇਖਣਾ, ਕਿਉਂ ਜਾਣਿਆ? ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰਹਿ ਪਿਆਰਿਆ, ਕਰ ਕਿਰਪਾ ਕਿਲਵੇ ਕਟੇ ਗਿਆਨ ਅੰਜਨ ਸਾਰਿਆ, ਅੰਦਰੋਂ ਜਿਨਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚਾ ਸਵਾਰਿਆ। ਇਹ ਪੰਕਤੀ ਹੈ। ਜਦ ਤੱਕ ਮੋਹ ਟੁੱਟਿਆ ਨਹੀਂ ਅੰਦਰੋਂ ਸ਼ਬਦ ਨਾਲ ਤੇ ਆਨੰਦ ਨਹੀਂ ਆਉਂਦਾ।
ਸਾਡਾ ਮੋਹ ਪਿਆ ਵਸਤੂਆਂ ਨਾਲ, ਬਾਹਰੀ ਆਕ੍ਰਿਤੀ ਨਾਲ, ਬਾਹਰੀ ਦਿਖਾਵੇ ਨਾਲ, ਤੇ ਆਨੰਦ ਨਹੀਂ ਆਉਂਦਾ। ਅੱਖਾਂ ਨੂੰ ਆਨੰਦ ਆਵੇਗਾ, ਅੱਖਾਂ ਕਹਿਣਗੀ ਵਾਹ ਬੜੀ ਸੋਹਣੀ ਚੀਜ਼ ਹੈ, ਕੰਨ ਕਹਿਣਗੇ ਬੜੀ ਸੋਹਣੀ ਆਵਾਜ਼ ਆ ਰਹੀ ਹੈ, ਪਰ ਅੰਦਰਲਾ ਆਨੰਦ ਨਹੀਂ। ਤੇ ਪਰਮਾਨੰਦ ਤਾਂ ਫਿਰ ਖਾਲਸਾ ਪਰਮ ਆਨੰਦ, ਜਿੱਥੇ ਹਰ ਵੇਲੇ ਆਨੰਦ ਹੀ ਬਣਿਆ ਰਵੇ। ਇਹਨੂੰ ਬਾਦਸ਼ਾਹ ਕਹਿੰਦੇ ਬਸ ਵਾਹਿਗੁਰੂ ਵਾਹਿਗੁਰੂ। ਜਦੋਂ ਕੋਈ ਬੰਦਾ ਗੁਰੂ ਕਿਰਪਾ ਨਾਲ ਵਾਹਿਗੁਰੂ ਨੂੰ ਆਪਣੇ ਹਿਰਦੇ ਰੂਪੀ ਪਰਮ ਆਨੰਦ ਵਿੱਚ ਲੈ ਜਾਣ, ਉਹ ਬਿਲਕੁਲ ਸਾਫ਼ ਸੁਥਰਾ ਹੋ ਜਾਂਦਾ ਹੈ। ਤੇ ਇਹ ਮਨਾ ਉਸ ਨੂੰ ਜਾਣ ਜੋ ਪਰਮ ਆਨੰਦ ਵਾਹਿਗੁਰੂ ਹੈ। ਨਹੀਂ ਨਹੀਂ ਚੀਨਿਆ, ਨਹੀਂ ਨਹੀਂ ਤੂੰ ਜਾਣਿਆ ਨਹੀਂ ਉਹਨੂੰ। ਕਿਹਨੂੰ ਜੀ? ਪਰਮਾਨੰਦਾ, ਜੋ ਪਰਮ ਆਨੰਦ ਦਾ ਸਰੂਪ ਪ੍ਰਮਾਤਮਾ ਹੈ। ਵਿਸ਼ਰਾਮ ਦੇ ਕੇ ਪਾਤਸ਼ਾਹ ਅਗਾਹ ਫਰਮਾਨ ਕਰਦੇ ਹਨ, ਘਰ ਘਰ ਖਾਇਆ ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ। ਘਰ ਘਰ ਜੋਗੀ ਮੰਗਦੇ ਫਿਰਦੇ। ਅਸੀਂ ਵੀ ਤਾਂ ਮੰਗਦੇ ਫਿਰਦੇ ਸਾਰੇ, ਕਿਹੜਾ ਬੰਦਾ ਨਹੀਂ ਮੰਗਦਾ? ਸਾਰੇ ਮੰਗਤੇ ਹਨ। ਅਸੀਂ ਗੁਰੂ ਤੋਂ ਮੰਗ ਰਹੇ ਹਾਂ, ਉਹ ਘਰ ਘਰ ਮੰਗ ਰਹੇ ਨੇ। ਅਸੀਂ ਬੰਦੇ ਬੰਦੇ ਤੋਂ ਮੰਗਦੇ ਹਾਂ। ਸਾਡਾ ਧਿਆਨ ਹੈ ਬੰਦਾ ਕੁਝ ਦੇਵੇਗਾ ਮੈਨੂੰ। ਮਾਨੂ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਘਰ ਘਰ ਖਾਇਆ। ਅਧਿਕਤਰ ਜਿਹੜੇ ਮੰਗਤੇ ਘਰ ਘਰ ਠੂਠਾ ਲੈ ਕੇ ਮੰਗਦੇ ਫਿਰਦੇ ਨੇ। ਢਿੱਡ ਵਧਾ ਲਿਆ, ਪਿੰਡ ਵਧਾਇਆ, ਢਿੱਡ ਬਣ ਗਿਆ ਗੋਗੜ। ਖਾਲਸਾ ਜੀ ਜਿਹਨੂੰ ਕਹਿੰਦੇ ਗੋਗੜ ਬਣ ਗਈ ਦੁਨੀ ਚੰਦ ਵਰਗੀ, ਭਾਵ ਸਰੀਰ ਬੜਾ ਤਕੜਾ ਮੋਟਾ ਹੋ ਗਿਆ। ਓਮ ਮਸਾਨ ਕੀ ਭਸਮ ਲਗਾਈ, ਗੁਰ ਬਿਨ ਤਤ ਨਾ ਪਾਇਆ। ਘਰ ਘਰ ਖਾਇਆ ਪਿੰਡ ਵਧਾਇਆ, ਖਿੰਥਾ ਮੰਦਾ ਮਾਇਆ। ਖਿੰਥਾ ਝੋਲੀ ਜੀ ਪਾ ਲਈ, ਖਫਣੀ ਜੀ ਪਾ ਲਈ, ਮੁੰਦਰਾ ਕੰਨ 'ਚ ਮੁੰਦਰਾ ਪਾ ਲਈਆਂ। ਉਹ ਹੈ ਤਾਂ ਮਾਇਆ ਦਾ ਰੂਪ ਹੈ ਨਾ। ਮਾਇਆ ਕਰਕੇ ਬੰਦਾ ਭਟਕਦਾ ਫਿਰਦਾ ਹੈ, ਢਿੱਡ ਕਰਕੇ। ਜੇ ਅਸਲ ਮਹਾਤਮਾ ਹੋਵੇ ਉਹ ਕਦੀ ਨਹੀਂ ਮੰਗਦਾ। ਖਾਲਸਾ ਜੀ ਆਖੋ ਸਤਨਾਮ। ਧਿਆਨ ਰੱਖੋ, ਜਿਹੜਾ ਅਸਲ ਕੋਈ ਮਹਾਤਮਾ ਪੁਰਸ਼ ਹੈ ਕਦੀ ਮੰਗੇਗਾ ਨਹੀਂ। ਜਿਹੜਾ ਮੰਗਣ ਆ ਰਿਹਾ ਹੈ ਖਤਮ ਹੈ, ਕੁਛ ਨਹੀਂ ਉੱਚੇ। ਬਸ ਇਹ ਗੱਲ ਧਿਆਨ ਰੱਖਣਾ। ਅੱਜ ਕੱਲ ਬਹੁਤ ਥਾਂ ਥਾਂ ਤੇ ਉਹ ਦੂਜੇ ਪਾਸੇ ਨਾ ਜਾਈਏ, ਚੰਗੇ ਪਾਸੇ ਰਹੀਏ। ਪਾਤਸ਼ਾਹ ਕਹਿੰਦੇ ਭੂਮ ਮਸਾਨ ਕੀ ਭਸਮ ਲਗਾਈ। ਮਸਾਨ ਭੂਮੀ ਦੀ ਭਸਮ ਪਿੰਡੇ ਤੇ ਲਗਾ ਲਈ। ਕੀ ਜੀ? ਕਿਉਂ ਲਗਾਈ? ਕਿ ਮੇਰੀ ਅੰਦਰਲੀ ਭਸਮ ਸ਼ਾਂਤ ਹੋ ਗਈ ਹੈ। ਅੰਦਰਲਾ ਜਿਹੜਾ ਕ੍ਰੋਧ ਸ਼ਾਂਤ ਹੋ ਗਿਆ, ਉਹ ਨਹੀਂ ਹੋਇਆ। ਗੁਰ ਬਿਨ ਤਤ ਨਾ ਪਾਇਆ, ਗੁਰੂ ਬਿਨਾ ਤਤ ਵਾਹਿਗੁਰੂ ਨਹੀਂ ਪਾਇਆ। ਬਾਹਰੋਂ ਤਾਂ ਸਵਾ ਮਲ ਕੇ ਪਿੰਡੇ ਤੇ ਲੋ ਜੀ ਸੰਨਿਆਸੀ ਬਣ ਗਿਆ ਹੈ, ਜੋਗੀ ਬਣ ਗਿਆ ਹੈ, ਸਰੇਵੜਾ ਬਣ ਗਿਆ ਹੈ, ਪਰ ਅੰਦਰੋਂ ਸ਼ਾਂਤ ਨਹੀਂ ਹੋਇਆ। ਕਾਏ ਜਪੋਰੇ ਕਾਏ ਤਪੋਰੇ, ਕਾਹੇ ਬਲੋਵੋ ਪਾਣੀ। ਮਨਾ ਬਾਹਰੋਂ ਤੋਂ ਗਿਣਤੀ ਬਿਣਤੀ ਕਰਕੇ ਜਪ ਰਿਹਾ ਕੁਛ। ਤਪੱਸਿਆ ਕਰ ਰਹੇ ਕਿਹਦੇ ਲਈ? ਮੈਨੂੰ ਕੁਝ ਬਾਹਰੋਂ ਸ਼ਕਤੀਆਂ ਮਿਲ ਜਾਣ, ਅੰਦਰ ਨਹੀਂ ਹੈ। ਹੁਣ ਦੇਖੋ ਕੀ ਪੰਕਤੀ ਹੈ, ਕਾਏ ਜਪੋ ਰੇ। ਇੱਥੇ ਗੁਰੂ ਪਾਤਸ਼ਾਹ ਇਹ ਨਹੀਂ ਕਹਿੰਦੇ ਜਪ ਨਾ ਕਰੋ, ਜਪ ਕਰੋ, ਪਰ ਜਪ ਕਰਦਿਆਂ ਸਾਡਾ ਧਿਆਨ ਕੋਈ ਹੋਰ ਪਾਸੇ ਹੈ ਕਿ ਮੈਨੂੰ ਇਹ ਸ਼ਕਤੀ ਮਿਲ ਜਾਵੇ, ਦੁਨੀਆ ਨੂੰ ਤਬਾਹ ਕਰ ਦੇਵਾਂ, ਉਹ ਬੁਰੀ ਹੈ। ਕਾਏ ਤਪੋਰੇ, ਪਹਿਲਾਂ ਤਪੱਸਿਆ ਐਵੇਂ ਕਰਦੇ ਸਨ, ਤਪੱਸਿਆ ਕਰਕੇ ਜਾ ਭਸਮ ਹੋ ਜਾ ਤੂੰ। ਪਾਤਸ਼ਾਹ ਕਹਿੰਦੇ ਉਹ ਨਾ ਕਰੋ। ਕਾਏ ਬਿਲੋਵੋ ਪਾਣੀ, ਪਾਣੀ ਨੂੰ ਕਿਉਂ ਬਿਲਾਉਂਦੇ ਹੋ? ਰਿੜਕਣਾ, ਪਾਣੀ ਰਿੜਕੋਗੇ ਪਾਣੀ ਆਵੇਗਾ, ਮੱਖਣ ਤਾਂ ਨਹੀਂ ਆਣਾ। ਦੁੱਧ ਨੂੰ ਜਾਗ ਲਾ ਕੇ ਫਿਰ ਦਹੀਂ ਬਣਾਓ, ਉਹਨੂੰ ਰਿੜਕੋਗੇ ਫਿਰ ਮੱਖਣ ਤੱਤ ਆਵੇਗਾ। ਪਾਣੀ ਨਾਲ ਇਹ ਜਿਹੜੇ ਕਰਮ ਕਾਂਡਾਂ ਨਾਲ ਕੁਛ ਨਹੀਂ ਬਣਨਾ। ਜਿੱਥੇ ਕਰਮ ਕਾਂਡ ਪਖੰਡ ਹੈ ਉੱਥੇ ਕੀ ਮਿਲਦਾ ਹੈ? ਪਾਖੰਡ। ਜਿੱਥੇ ਖਾਲਸਾ ਜੀ ਹਿਰਦਾ ਟੁਕੜੇ ਟੁਕੜੇ ਹੋ ਜਾਵੇ। ਤੁਸੀਂ ਦੇਖੋ
ਆਪਣੇ ਆਪ ਵੱਲ ਦੇਖਣਾ, ਦੂਜੇ ਵੱਲ ਨਹੀਂ। ਜਦੋਂ ਅਸੀਂ ਕਦੋਂ ਮੱਥਾ ਟੇਕਦੇ ਹੋਈਏ ਨਾ, ਸਾਡਾ ਧਿਆਨ ਲੋਕੀ ਮੈਨੂੰ ਵੇਖਦਾ ਨਹੀਂ ਰਹੇ, ਉੱਥੇ ਸਾਡਾ ਮਨ ਨਹੀਂ ਜੁੜਦਾ। ਉਹਨੂੰ ਕਹਿੰਦੇ ਪਖੰਡ। ਕਿ ਮੈਂ ਕਿਵੇਂ ਹੱਥ ਜੋੜ ਕੇ ਖੜਾ ਵਾਂ, ਕੱਪੜੇ ਸੋਹਣੇ ਪਾਏ, ਲੋਕੀ ਕਹਿੰਦੇ ਵਾਹ ਵਧੀਆ ਅਰਦਾਸ ਕਰਦਾ ਹੈ, ਉਹ ਪਖੰਡ ਹੈ। ਜਿੱਥੇ ਲੋਕਾਂ ਨੂੰ ਪ੍ਰਮਾਣ ਲਈ, ਆਪਣੇ ਆਪ ਨੂੰ ਅੱਗੇ ਕਰਨ ਲਈ ਹੋਮੈ ਨੂੰ ਵੀ ਮੈਂ ਚੰਗਾ ਬਣਾ, ਉਹ ਪਾਖੰਡ। ਉਹਨੇ ਕੁਛ ਨਹੀਂ ਪਾਇਆ, ਹਿਰਦਾ ਟੁਕੜੇ ਹੋ ਗਿਆ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਨਹੀਂ ਬਣਨਾ, ਚੰਗਾ ਬੰਦਾ ਬਣੋ ਭਾਈ, ਪਾਖੰਡ ਵਿੱਚ ਤੁਹਾਨੂੰ ਆਨੰਦ ਨਹੀਂ ਮਿਲਣਾ। ਲੱਖ 84 ਜਿਨ ਉਪਾਈ, ਸੋ ਸਿਮਰੋ ਨਿਰਬਾਣੀ। ਕਰੀਏ ਕੀ? ਜੈ ਚੰਦ ਕਹਿਣ ਲੱਗਾ, ਦੱਸ ਭਗਤਾ ਮੈਂ ਕੀ ਕਰਾਂ ਫਿਰ? ਭਗਤ ਜੀ ਕਹਿੰਦੇ ਇਸ ਤਰ੍ਹਾਂ ਕਰ ਫਿਰ, ਲੱਖ 84 ਜਿਸ ਵਾਹਿਗੁਰੂ ਨੇ 84 ਲੱਖ ਜੋਨੀਆਂ ਪੈਦਾ ਕੀਤੀਆਂ, ਉਸ ਵਾਹਿਗੁਰੂ ਨੂੰ ਜਪੀਏ। ਜਿਨ ਉਪਾਈ, ਜਿਹਦੇ ਪੈਦਾ ਕੀਤੀ, ਸੋ ਸਿਮਰੋ ਨਿਰਮਾਣੀ, ਸੋ ਸਿਮਰੋ ਨਿਰਮਾਣੀ, ਸੋ ਸਿਮਰੋ ਨਿਰਮਾਣੀ, ਸੋ ਸਿਮਰੋ ਨਿਰਬਾਣੀ, ਸੋ ਸਿਮਰੋ ਨਿਰਬਾਣੀ। ਨਿਰਵਾਣ ਆਦਤ ਤੋਂ ਰਹਿਤ, ਨਿਰਲੇਪ ਵਾਹਿਗੁਰੂ, ਜਿਸ ਵਿੱਚ ਕੋਈ ਵਿਕਾਰ ਨਹੀਂ, ਇੱਕ ਰਸ ਵਿਆਪਕ ਹੈ ਵਾਹਿਗੁਰੂ। ਬਨਾ ਉਹਦਾ ਜਾਪ ਕਰ ਵਾਹਿਗੁਰੂ ਦਾ, ਤੇਰੇ ਹਿਰਦੇ ਵਿੱਚ ਵੀ ਸਾਰੇ ਵਿਕਾਰ ਆਪੇ ਖਤਮ। ਤਾਂ ਤੂੰ ਸ਼ੁੱਧ ਹੋਵੇਂਗਾ ਜੇ ਵਾਹਿਗੁਰੂ ਨੂੰ ਜਪੇਂਗਾ। ਕਾਏ ਕਮੰਡਲ ਕਾਪੜੀਆਂ ਰੇ, 68 ਕਾਏ ਫਿਰਾਹੀ। ਕੀ ਹੋਇਆ? ਕਮੰਡਲ ਹੱਥ 'ਚ ਪਕੜ ਲਿਆ, ਰੂਪ ਧਾਰਨ ਕਰ ਲਿਆ ਕਾਪੜੀਆ ਵਾਲਾ। ਕਮੰਡਲ ਫੜ ਕੇ ਖਾਲਸਾ ਜੀ, ਕਾਪੜੀਆ ਵੀ ਇੱਕ ਸੰਪਰਦਾ ਹੈ, ਉਹ ਐਸਾ ਬਣ ਗਿਆ। 68 ਕਾਹੇ ਫਿਰਾਹੀ, ਕਿਉਂ 68 ਤੀਰਥਾਂ ਦੇ ਫਿਰਦਾ ਹੈ। ਮਨਾ ਫਿਰਨਾ ਬੁਰਾ ਨਹੀਂ, ਸੈਰ ਸਪਾਟਾ ਬੁਰਾ ਕਰੇ, ਪਰ ਸ਼ਰਧਾ ਭਾਵਨਾ ਨਾਲ ਵੀ ਮਨੋਂ ਕੁਝ ਆਤਮ ਰਸ ਮਿਲ ਜਾਵੇ, ਦਰਸ਼ਨ ਦਿਦਾਰੇ ਕਰ ਲਾ, ਕੋਈ ਮਹਾਤਮਾ ਪੁਰਸ਼ ਮਿਲ ਜਾਵੇ। ਤੇ ਭਾਈ ਜੇ ਜਿਤਨੀ ਸਾਰੀ ਉਮਰ ਘੁੰਮਦੇ ਹੀ ਰਵਾਂਗੇ ਤੇ ਸੰਗਤ ਕਰਾਂਗੇ ਤਾਂ ਕੁਝ ਨਹੀਂ ਮਿਲੇਗਾ। ਨਹੀਂ, ਪਾਤਸ਼ਾਹ ਕਹਿੰਦੇ ਸੰਗਤ ਵਿੱਚ ਸਭ ਕੁਝ ਮਿਲ ਜਾਂਦਾ। ਇੱਥੇ ਸਾਧੂ ਮਹਾਤਮਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹਨ, ਇਹਨਾਂ ਦੀ ਸੰਗਤ ਕਰੀਏ ਨਾ। ਇਹ ਰੋਜ਼ ਸਾਨੂੰ ਨਵੀਂ ਸਿੱਖਿਆ ਦਿੰਦੇ ਨਾ। ਸਿੱਖਿਆ ਇਹ ਦੇ ਰਹੇ ਹਨ ਕਿ ਬੰਦਿਆ ਆਪਣੇ ਹਿਰਦੇ ਨੂੰ ਸ਼ੁੱਧ ਕਰ। ਅੱਜ ਦੀ ਇਹ ਸਿੱਖਿਆ ਦਿੱਤੀ ਪਾਤਸ਼ਾਹ ਨੇ। ਪਿਛਲੇ 5 ਦਿਨ ਪਹਿਲਾਂ, 6 ਦਿਨ ਪਹਿਲਾਂ, 10 ਦਿਨ ਪਹਿਲਾਂ ਸਾਨੂੰ ਕੀ ਸਿੱਖਿਆ ਮਿਲੀ? ਭੁੱਲ ਗਏ? ਯਾਦ ਨਹੀਂ ਨਾ? ਅੱਗੇ ਤੋਂ ਅੱਗੇ ਤੁਰੀ ਜਾਂਦੀ ਹੈ। ਉਹ ਜਿਹੜਾ ਕੁਝ ਕਮਾਇਆ ਨਹੀਂ, ਸ਼ਬਦ ਸੁਣਿਆ ਤੇ ਰੋਜ਼ ਸੁਣਾਇਆ, ਰੋਜ਼ ਪੱਲੇ ਇੱਕ ਨਹੀਂ ਪਿਆ, ਫਿਰ ਉੱਥੇ ਫੜੇ ਨਾ। ਸਾਡਾ ਵੀ ਇਹੀ ਹਾਲ ਹੈ, ਜੈ ਚੰਦ ਵਰਗਾ ਇਹੀ ਹਾਲ ਚੱਲਦਾ ਪਿਆ। ਪਾਤਸ਼ਾਹ ਅੱਗੇ ਅਰਦਾਸ ਕਰੀਏ, ਮਹਾਰਾਜ ਹਿਰਦੇ ਵਿੱਚ ਇਹ ਆਪਣਾ ਸ਼ਬਦ ਵਸਾਣਾ, ਅਸੀਂ ਕਾਪੜੀਆਂ ਵਾਂਗ ਭੈੜੇ ਬੰਦੇ ਨਾ ਬਣ ਜਾਈਏ। 68 ਕਾਏ ਫਿਰਾਹੀ, 68 ਤੀਰਥਾਂ ਤੇ ਸਾਰੇ ਪਾਸੇ ਘੁੰਮ ਕੇ ਆ ਗਿਆ, ਪਰ ਹਿਰਦਾ ਅਜੇ ਵੀ ਸ਼ੁੱਧ ਨਹੀਂ ਹੋਇਆ। ਬਦਤ ਤ੍ਰਿਲੋਚਨ ਸੁਣ ਰੇ ਪ੍ਰਾਣੀ, ਕਾਣ ਬਿਨ ਗਾਹੋ ਕੇ ਪਾਹੀ। ਭਗਤ ਤ੍ਰਿਲੋਚਨ ਜੀ ਬਦਤ ਕਹਿੰਦੇ ਫਰਮਾਨ ਕਰਦੇ ਹਨ, ਬਿਆਨ ਕਰਦੇ ਹਨ, ਐ ਪ੍ਰਾਣੀ ਕਣ ਬਿਨ, ਜੇ ਕਿਸੇ ਅਸੀਂ ਫਸਲ ਨੂੰ ਵੱਢਿਆ ਤੇ ਉਹਦੇ ਵਿੱਚ ਕਾਣੀ ਨਹੀਂ, ਉਹਦੇ ਤੋਖਲਾ ਜਾਈ ਹੈ, ਤੇ ਕੀ ਬੰਦਾ ਗਾਹ ਪਾਵੇਗਾ? ਇਹ ਰਸ ਹੈ, ਕੋਈ ਅਨਾਜ ਹੈ, ਕੋਈ ਦਾਣਾ ਹੈ, ਤਾਂ ਫਾਇਦਾ ਹੈ ਗਾਹ ਪਾਣ ਦਾ। ਇਸੇ ਤਰ੍ਹਾਂ ਬੰਦਿਆ 68 ਤੀਰਥਾਂ ਦੇ ਨਹਾ ਕੇ ਆ ਰਿਹਾ, ਰਸ ਨਹੀਂ ਮਿਲਿਆ, ਸਾਰੀ ਥਾਵਾਂ ਤੇ ਘੁੰਮੀ ਜਾ ਰਿਹਾ, ਹਿਰਦਾ ਸ਼ੁੱਧ ਨਹੀਂ ਹੋ ਰਿਹਾ। ਉਦਾਸੀ ਭੇਖ ਧਾਰਨ ਕਰ ਲਿਆ, ਪਰ ਮਨ ਉਦਾਸ ਨਾ ਬਣਿਆ। ਬਾਹਰੋਂ ਸੰਨਿਆਸੀ ਬਣ ਗਿਆ, ਪਰ ਮਨ ਸੁਨ ਆਸਾ ਵਾਲਾ ਨਹੀਂ ਬਣਿਆ।
ਤੇ ਕੋਈ ਫਾਇਦਾ ਨਹੀਂ। ਇਸ ਕਰਕੇ ਨਾ, ਪਰ ਕਿੱਥੇ ਨਾ, ਤੀਰਥ ਨਾਵਣ ਜਾਓ। ਤੀਰਥ ਨਾਮ ਹੈ, ਸਾਧ ਸੰਗਤ ਰੂਪੀ ਤੀਰਥ ਵਿੱਚ ਆ ਕੇ ਵਾਹਿਗੁਰੂ ਸ਼ਬਦ ਦਾ ਜਾਪ ਕਰਦੇ ਟੁੱਬੀਆਂ ਮਾਰ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਪਾਤਸ਼ਾਹ ਕਿਰਪਾ ਰੱਖਣ, ਪੜ੍ਹਿਆ ਸੁਣਿਆ ਸਾਡੇ ਲੇਖੇ ਪਵੇ, ਹਿਰਦੇ ਚ ਵਸੇ, ਅੰਦਰਲਾ ਇਸ਼ਨਾਨ ਕਰੀਏ, ਅੰਤਰਗਤ ਤੀਰਥ ਮਲ ਨਾਓ। ਇਹ ਪਾਤਸ਼ਾਹ ਕਿਰਪਾ ਕਰਨ ਜੀ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।